ਟਵਾਣਾ ਸਾਹਿਬ ਜੋ ਇਹ 6000 ਰੁਪਈਆ ਪਾਇਆ ਜਾਂਦਾ ਸੀ ਸੈਂਟਰ ਸਰਕਾਰ ਵੱਲੋਂ ਕਿਸਾਨਾਂ ਦੀ PM ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਉਹਦਾ 75000 ਕਰੋੜ ਸੀ ਪਹਿਲਾਂ, ਉਹ ਵੀ ਹੁਣ ਘਟਾ ਕੇ 65000 ਕਰੋੜ ਰੱਖਤਾ। ਉਹਦੇ ਬਾਰੇ ਵੀ ਥੋੜਾ ਸਾਨੂੰ ਵਿਸਥਾਰ ਨਾਲ ਦੱਸਿਓ। ਦੇਖੋ ਉਹ ਹੈਗਾ ਕਿ ਜਿਹੜੇ ਛੋਟੇ ਕਿਸਾਨ ਹੈ ਉਹਨਾਂ ਲਈ ਉਹ ਸਕੀਮ ਹੈ ਤੇ ਜਿਹੜੇ 86% ਹੈ ਉਹ ਛੋਟੇ ਕਿਸਾਨ ਆ 5 ਏਕੜ ਤੋਂ ਘੱਟ ਵਾਲੇ ਆ, ਉਹਨਾਂ ਦਾ ਸਾਰਿਆਂ ਨੂੰ ਮਿਲਦਾ ਨਹੀਂ ਹਾਲ ਤੱਕ, ਕਿਉਂਕਿ ਉਹਨਾਂ ਨੂੰ ਲੱਭਣਾ, ਉਹਨਾਂ ਨੂੰ ਔਨ ਰਿਕਾਰਡ ਲਿਆਉਣਾ, ਫਿਰ ਉਹਨਾਂ ਨੂੰ ਪੈਸੇ ਦੇਣੇ, ਇਹਦੇ ਲਈ ਬਹੁਤ ਵੱਡੀ ਐਫਰਟ ਚਾਹੀਦੀ ਹੈ ਜੀ। ਟਵਾਣਾ ਸਾਹਿਬ ਜਿਵੇਂ ਖੇਤੀ ਅੰਦੋਲਨ ਚੱਲਦਾ ਕਿ ਕਿਸ ਖੇਤੀ ਅੰਦੋਲਨ ਕਰਕੇ ਖੇਤੀ ਅੰਦੋਲਨ ਇਹ ਕਾਰਪੋਰੇਟ ਹਾਊਸ ਦੇ ਖਿਲਾਫ ਹੈ। ਕਿਸਾਨਾਂ ਦਾ ਕਹਿਣਾ ਕਿ ਵੀ ਸਾਡੀਆਂ ਜ਼ਮੀਨਾਂ ਚਲੀਆਂ ਜਾਣਗੀਆਂ, ਇੱਥੇ ਕਲਸਟਰ ਬਣਾ ਕੇ ਉਦਯੋਗਪਤੀ ਖੇਤੀ ਕਰਨਗੇ, ਇਸ ਲਈ ਅਸੀਂ ਸੰਘਰਸ਼ ਕਰ ਰਹੇ ਹਾਂ। MSP ਨੂੰ ਅਸੀਂ ਅੰਡਰ ਕੌਂਸਟੀਟਿਊਸ਼ਨ ਚਾਹੁੰਦੇ ਹਾਂ ਕਿ MSP ਦਾ ਕਾਨੂੰਨ ਬਣੇ। ਦੇਖੋ ਇਸ ਬਜਟ ਤੋਂ ਇਹੀ ਪਤਾ ਲੱਗਦਾ ਕਿ ਪੂਰਾ ਬਹੁਤ ਵੱਡੀ ਸਪੀਡ ਵਾਲਾ ਨਿੱਜੀਕਰਨ ਪ੍ਰੋ ਕਾਰਪੋਰੇਟ ਬਜਟ ਹੈ, ਉਹਨਾਂ ਨੂੰ ਪੂਰਾ ਫਾਇਦਾ ਪਹੁੰਚਾਉਣ ਵਾਲਾ ਬਜਟ ਹੈ। ਇਹਦਾ ਮਤਲਬ ਇਹੀ ਹੋਇਆ ਕਿ ਇੰਨੇ ਲੋਕ ਜਿਹੜੇ ਹੈ ਨਾ, ਕਰੋੜਾਂ ਲੋਕ ਜਿਹੜੇ ਇਹਦੀ ਵਿਰੋਧਤਾ ਕਰਦੇ ਆ। ਤਾਂ ਫਿਰ ਸਰਕਾਰ ਨੇ ਖੇਤੀ ਦੇ ਜੋ ਦਾਅਵੇ ਕੀਤੇ ਨੇ ਇਸ ਬਜਟ ਦੇ ਵਿੱਚ ਉਹ ਕਿੰਨੇ ਕੁ ਨੇ? ਜਿਵੇਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਕਿ ਵੀ ਖੇਤੀ ਤਾਂ ਬਜਟ ਦੇ ਦਿਲ ਦੇ ਵਿੱਚ ਹੈ, ਕਿਸਾਨੀ ਦਿਲ ਦੇ ਵਿੱਚ ਹੈ ਬਜਟ ਦੇ, ਤੇ ਪਿੰਡ ਵੀ ਸਾਡੇ ਦਿਲ ਦੇ ਵਿੱਚ ਨੇ। ਇੱਕ ਗਰੀਬ ਬੰਦੇ ਦਾ ਆਤਮ ਨਿਰਭਰ ਹੋਣਾ, ਉਹਦੇ ਲਈ ਰੁਜ਼ਗਾਰ ਚਾਹੀਦਾ, ਉਹਦੇ ਲਈ ਉਹਨੂੰ ਰੋਟੀ ਪਾਣੀ ਚਾਹੀਦਾ, ਉਹਦੇ ਲਈ ਰਹਿਣ ਲਈ ਮਕਾਨ ਚਾਹੀਦਾ, ਇਕੱਲੇ ਛੱਡ ਦੇਣ ਦੇ ਬਰਾਬਰ ਹੈ। ਇੱਕ ਪ੍ਰੋ ਕਾਰਪੋਰੇਟ ਅਦਾਨੀ ਦਾ ਆਤਮ ਨਿਰਭਰ ਹੋਣਾ, ਉਹ ਤਾਂ ਵੈਲਥ ਦੀ ਮਤਲਬ ਕੋਈ ਹੋੜ ਆ, ਉਹਦੇ ਤੇ ਰੋਕ ਹੀ ਹੈ ਨਹੀਂ। ਇਸ ਬਜਟ ਦੇ ਵਿੱਚ ਕਿਸਾਨੀ ਤੇ ਸੈਸ ਲਾਉਣਾ, ਕਹਿਣਾ ਪਿੰਡ ਸਾਡੇ ਦਿਲ ਦੇ ਵਿੱਚ ਹੈ, ਕਿਸਾਨੀ ਸਾਡੇ ਦਿਲ ਦੇ ਵਿੱਚ ਹੈ, ਇਹ ਕਿੰਨੇ ਦਾਅਵੇ ਮਾਇਨੇ ਰੱਖਦੇ ਨੇ? ਖੇਤੀਬਾੜੀ ਨੂੰ ਠੀਕ ਠਾਕ ਕਰਨ ਲਈ ਜਿੰਨਾ ਕੁਝ ਚਾਹੀਦਾ, ਕੋਆਪਰੇਟਿਵ ਖੇਤੀ ਲਈ ਚਾਹੀਦਾ, ਇਨਫਰਾਸਟਰਕਚਰ ਲਈ ਚਾਹੀਦਾ, ਹੋਰ ਲਈ ਚਾਹੀਦਾ, ਉਹ ਹੈ ਨਹੀਂ। ਲੇਕਿਨ ਇਹਦੇ 'ਚ ਕਿ ਐਗਰੀਕਲਚਰ ਇਨਫਰਾਸਟਰਕਚਰ ਸੈਸ ਲਾਤਾ, ਤੇ ਜਿਹੜੀ ਐਗਰੀਕਲਚਰ ਇਨਫਰਾਸਟਰਕਚਰ ਹੈ ਉਹਦੇ ਤੁਸੀਂ ਮਤਲਬ ਮਸਰ ਦੀ ਦਾਲ ਤੇ ਚਣੇ ਤੇ ਹਾਂਜੀ ਪਾਮ ਆਇਲ ਤੇ ਉਹਦੇ ਤੇ ਤੁਸੀਂ ਸੈਸ ਲਾ ਦਿਓ, ਉਹ ਤਾਂ ਅਲਟੀਮੇਟਲੀ ਜਿਹੜਾ ਗਰੀਬ ਬੰਦਾ ਜ਼ਿਆਦਾਤਰ ਉਹਨੂੰ ਮਹਿੰਗਾ ਪੈਣਾ ਨਾ, ਉਹਨੂੰ ਦੇਣਾ ਪੈਣਾ ਹੈ ਨਾ। ਉਹ ਜੇ ਦਊਗਾ ਉਹ ਹੋਰ ਮੁਸ਼ਕਿਲ 'ਚ ਆਏਗਾ। ਅਸੀਂ ਜਦੋਂ ਗ੍ਰੀਨ ਰੈਵੋਲੂਸ਼ਨ ਹੋਇਆ, ਜਦੋਂ ਸਾਡੇ ਕੋਲ ਕਮੀ ਸੀ ਅਨਾਜ ਦੀ, ਤਾਂ ਅਸੀਂ ਕਿਹਾ ਵੀ ਅਸੀਂ ਅਨਾਜ ਦੀ ਪੈਦਾਵਾਰ 'ਚ ਆਤਮ ਨਿਰਭਰ ਹੋਵਾਂਗੇ। ਇਹ ਸ਼ਬਦ ਕੀ ਹੋਇਆ? ਆਤਮ ਨਿਰਭਰ। ਉਹਦਾ ਮਤਲਬ ਹੈ ਕਿ ਅਸੀਂ ਤੁਹਾਡਾ ਕੁਛ ਨਹੀਂ ਜ਼ਿੰਮਾ ਲੈਂਦੇ, ਤੁਸੀਂ ਆਪਣਾ ਕੰਮ ਆਪ ਹੀ ਕਰੋ। ਪਰ ਤੁਹਾਡੀਆਂ ਗੱਲਾਂ ਤੋਂ ਮੈਨੂੰ ਐਂ ਲੱਗਦਾ ਕਿ ਜੋ ਇਹ ਬਜਟ ਹੈ ਕਿਤੇ ਨਾ ਕਿਤੇ ਇਹ ਕਾਰਪੋਰੇਟ ਹਾਊਸ ਦੀ ਦਿਸ਼ਾ ਵੱਲ ਚੱਲਦਾ ਹੋਇਆ। ਬਹੁਤ ਸਾਰੇ NGO ਜਿਹਦੇ 'ਚ ਬਹੁਤ ਕੁਛ ਜਿਹੜਾ ਫਰਾਡ ਵੀ ਹੁੰਦਾ, ਲੇਕਿਨ ਬਹੁਤ ਸਾਰੇ NGO ਜਿਹੜੇ ਚੰਗਾ ਕੰਮ ਕਰਦੇ ਆ। ਲੇਕਿਨ ਇਹਨਾਂ ਨੇ ਐਜੂਕੇਸ਼ਨ 'ਚ NGO ਕਿਹੜੇ ਵਾੜਨੇ, ਜਿਹੜਾ ਇਹਨਾਂ ਦਾ ਏਜੰਡਾ, ਉਸ ਏਜੰਡੇ ਤਹਿਤ ਤੁਸੀਂ ਕਰੋਗੇ। ਲੇਕਿਨ ਸੈਨਿਕ ਸਕੂਲ ਤੁਸੀਂ ਕਿਉਂ ਨਹੀਂ ਚਲਾ ਸਕਦੇ? ਸਰਕਾਰ ਦੀ ਜ਼ਿੰਮੇਵਾਰੀ ਹੈ, ਚਲਾਉਣ। ਬਜਟ ਜਿਹੜਾ ਇਹ ਇੱਕ ਅੰਕੜਿਆਂ ਦਾ ਨਾ ਵੱਡਾ ਭਰਮ ਭੁਲੇਖਾ ਸ਼ੁਰੂ ਹੋ ਗਿਆ। ਜਿਹੜਾ ਬਜਟ ਪੇਸ਼ ਹੁੰਦਾ ਉਹ ਐਸਟੀਮੇਟ ਹੈ ਨਾ ਜੀ, ਆਪਾਂ ਉਹਨੂੰ ਬਜਟ ਐਸਟੀਮੇਟ ਕਹਿੰਦੇ ਆ। ਇਹਦਾ ਮਤਲਬ ਉਹ ਕੁਛ ਹੋਣ ਵਾਲਾ ਹੋਊਗਾ ਕਿ ਨਹੀਂ, ਉਹ ਕਿਸੇ ਨੂੰ ਨਹੀਂ ਪਤਾ। ਉਹਦੇ 'ਚ ਰਿਫਲੈਕਟ ਕੀ ਹੋਇਆ ਕਿ ਉਹਦੇ 'ਚ ਰਿਫਲੈਕਟ ਹੋ ਰਿਹਾ ਨਿੱਜੀਕਰਨ, ਉਹਦੇ 'ਚ ਰਿਫਲੈਕਟ ਹੋਇਆ ਪ੍ਰੋ ਕਾਰਪੋਰੇਟ ਏਜੰਡਾ। ਇਸੇ ਕਰਕੇ ਜਿਹੜੇ ਸ਼ੇਅਰ ਮਾਰਕੀਟ ਹੈਗੀ ਹੈ ਉਹ ਉਛਾਲੇ ਮਾਰ ਰਹੀ ਹੈ, ਤੇ ਜਿਹੜੇ ਪ੍ਰੋ ਕਾਰਪੋਰੇਟ ਆ ਉਹ ਜਿਹੜੇ ਹੈ ਉਹ ਖੁਸ਼ੀ ਮਨਾ ਰਿਹਾ। ਇਹਦੇ ਵਿੱਚ 1,75,000 ਕਰੋੜ ਦੀ ਡਿਸਇਨਵੈਸਟਮੈਂਟ ਦਾ ਜਿਹੜਾ ਟਾਰਗੇਟ ਹੈ। ਪਾਵਰ ਦੇ ਵਿੱਚ ਹੈ ਨਾ, ਜਿਹੜਾ ਬਿਜਲੀ ਬਿੱਲ ਸੀਗਾ ਉਹਦੀ ਵੀ ਹੈਗਾ ਡਿਸਟ੍ਰੀਬਿਊਸ਼ਨ ਪ੍ਰਾਈਵੇਟ ਕੰਪਨੀ ਕਰੂਗੀ। ਗਰੀਬ ਲੋਕਾਂ ਦੀ, ਆਮ ਬੰਦੇ ਦੀ, ਮਿਡਲ ਕਲਾਸ ਦੀ ਸਭ ਤੋਂ ਵਿਸ਼ਵਾਸਯੋਗ ਕੰਪਨੀ LIC ਇੰਸ਼ੋਰੈਂਸ ਦੀ, ਉਹਦਾ ਇਨੀਸ਼ੀਅਲ ਜਿਹੜਾ ਪਬਲਿਕ ਆਫਰਿੰਗ IPO ਕਹਿੰਦੇ ਆ, ਨਿੱਜੀਕਰਨ ਦਾ ਪ੍ਰੋਸੈਸ ਸ਼ੁਰੂ ਕਰ ਦਿੱਤਾ ਜਾਊਗਾ। LIC ਦਾ ਕਿਹਨੇ ਮੰਗਿਆ ਨਿੱਜੀਕਰਨ? ਕਿਹੜੀ ਯੂਨੀਅਨ ਨੇ ਮੰਗਿਆ? ਕਿਉਂ ਕਰ ਰਹੇ ਹੋ? ਉਹਦੇ ਕੋਲ ਤਾਂ 300 ਕਰੋੜ ਅਨਕਲੇਮਡ ਹੈ ਨਾ, ਪੈਸਾ ਜਿਹੜਾ ਕਲੇਮ ਨਹੀਂ ਹੋਇਆ, ਮਰ ਗਏ ਲੋਕਾਂ ਨੇ, ਨਹੀਂ ਕੀਤਾ। ਇੱਕ ਚੰਗੀ ਭਲੀ ਕੰਪਨੀ ਜਿਹੜੀ ਬਿਲਕੁਲ ਠੀਕ ਠਾਕ ਚੱਲਦੀ ਹੈ, ਉਹ ਕਿਹਦੇ ਕਹੇ ਤੇ ਕਿਹਦੇ ਹਿੱਤ 'ਚ ਵੇਚੀ ਜਾ ਰਹੀ ਹੈ? ਕਾਰਪੋਰੇਟ ਦੇ ਹਿੱਤ 'ਚ ਵੇਚੀ ਜਾ ਰਹੀ ਹੈ। ਪੰਜਾਬੀ ਡਾਕ TV ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਜਿੰਦਰ ਸਿੰਘ ਭੰਗੂ ਸਵਾਗਤ ਕਰਦਾ। ਬੀਤੇ ਦਿਨੀ ਭਾਰਤ ਦੀ ਸਰਕਾਰ ਨੇ, ਸੈਂਟਰ ਸਰਕਾਰ ਨੇ ਬਜਟ ਪੇਸ਼ ਕੀਤਾ।
ਬਜਟ ਦੇ ਵਿੱਚ ਆਮ ਲੋਕਾਂ ਨੂੰ ਆਸ ਸੀ ਕਿ ਕਰੋਨਾ ਦਾ ਸਮਾਂ ਲੰਘ ਕੇ ਗਿਆ, ਆਮ ਲੋਕਾਂ ਲਈ ਕੋਈ ਰਾਹਤ ਹੋਊਗੀ, ਕੁਝ ਨਵਾਂ ਹੋਊਗਾ, ਪਰ ਇਸ ਹਰ ਵਾਰ ਦੀ ਤਰ੍ਹਾਂ ਇਸ ਬਜਟ ਦੇ ਵਿੱਚੋਂ ਵੀ ਨਿਰਾਸ਼ਾ ਹੀ ਪੱਲੇ ਪਈ ਹੈ ਮੱਧ ਵਰਗ ਨੂੰ। ਤੇ ਅੱਜ ਇਸ ਮੁੱਦੇ ਉੱਤੇ ਗੱਲ ਕਰਨ ਲਈ ਸਾਡੇ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਬਲਵਿੰਦਰ ਸਿੰਘ ਟਵਾਣਾ ਜੀ ਨੇ। ਸਭ ਤੋਂ ਪਹਿਲਾਂ ਤਾਂ ਟਵਾਣਾ ਸਾਹਿਬ ਦਾ ਸਵਾਗਤ ਕਰਦੇ ਹਾਂ। ਟਵਾਣਾ ਸਾਹਿਬ, ਤੁਹਾਡਾ ਸਵਾਗਤ ਹੈ ਚੈਨਲ ਪੰਜਾਬੀ ਡਾਕ ਤੇ ਜੀ। ਸ਼ੁਕਰੀਆ ਜੀ। ਟਵਾਣਾ ਸਾਹਿਬ, ਜੇਕਰ ਗੱਲ ਕੀਤੀ ਜਾਵੇ ਬਜਟ ਦੀ ਇਸ ਦੀ, ਤਾਂ ਸਭ ਤੋਂ ਪਹਿਲਾਂ ਜੇਕਰ ਇੱਕ ਸੌਖੇ ਸ਼ਬਦਾਂ ਦੇ ਵਿੱਚ ਸਵਾਲ ਕੀਤਾ ਜਾਵੇ ਕਿ ਆਮ ਮੱਧ ਵਰਗ ਆਮ ਲੋਕਾਂ ਲਈ ਸਰਕਾਰ ਨੇ ਕੀ ਰੱਖਿਆ? ਦੇਖੋ, ਇਹਦੇ 'ਚ 2-3 ਗੱਲਾਂ ਨੇ। ਪਹਿਲਾ ਤਾਂ ਬਜਟ ਜਿਹੜਾ ਇਹ ਇੱਕ ਅੰਕੜਿਆਂ ਦਾ ਨਾ ਵੱਡਾ ਭਰਮ ਭੁਲੇਖਾ ਸ਼ੁਰੂ ਹੋ ਗਿਆ ਕਿ ਪਿੱਛੇ ਜੋ ਕੁਛ 2020-21 ਲਈ ਸੀ ਤੇ ਹੁਣ 21-22 ਦਾ ਜਿਹੜਾ ਇਹ ਬਜਟ ਹੈ, ਉਹਦੀਆਂ ਜਿਹੜੀਆਂ ਫਿਗਰਸ ਨੇ ਨਾ, ਬਹੁਤ ਸ਼ਾਰਟ ਜਿਹੜੀ ਮੈਮਰੀ ਆ ਲੋਕਾਂ ਦੀ, ਉਹਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਹੋ ਰਹੀ ਹੈ। 28 ਫਰਵਰੀ ਨੂੰ ਬਜਟ ਪੇਸ਼ ਹੁੰਦਾ ਸੀ, ਉਹ 1 ਫਰਵਰੀ ਨੂੰ ਪੇਸ਼ ਕਰਨਾ ਸ਼ੁਰੂ ਕਰਤਾ। ਜੇ ਇਹਦੇ 'ਚ ਅਸੀਂ ਅੰਕੜਿਆਂ ਦੀ ਗੱਲ ਕਰੀਏ ਵੀ ਜਿਹੜੀ ਸਰਕਾਰ ਕੋਲ ਰਸੀਟਸ ਨੇ, ਜਿਹੜੇ ਉਹਦੀ ਆਮਦਨ ਹੋਣੀ ਹੈ, ਉਹ 16 ਲੱਖ ਜਿਹੜਾ 1150 ਕਰੋੜ ਦਾ ਉੱਥੇ ਕਰੰਟ ਫਿਸਕਲ ਦਾ ਰਿਵਾਈਜ਼ਡ ਐਸਟੀਮੇਟ ਹੈ 2021 ਦਾ। ਪਰ ਜਿਹੜਾ ਅਫੀਸ਼ੀਅਲ ਅਕਾਊਂਟ ਹੈ ਨਾ, ਜਿਹਨੂੰ ਸਰਕਾਰ ਨੇ ਦੱਸਿਆ ਨਹੀਂ, ਜਿਹੜਾ ਕੰਟਰੋਲਰ ਆਡੀਟਰ ਜਨਰਲ ਹੈ ਜੀ, ਉਹਦੇ ਕੋਲ ਹੈਗਾ ਇਹ 11,21,000 ਕਰੋੜ। 42% ਦਾ ਜਿਹੜਾ ਇਹਦਾ ਘੱਟ ਹੈ 2 ਮਹੀਨਿਆਂ ਜਾਂ 3 ਮਹੀਨਿਆਂ 'ਚ ਕਿਵੇਂ ਆਊਗਾ 42% ਹੋਰ ਨਾ? ਇਹ ਫਿਗਰ ਜਿਹੜੀ ਹੈ ਨਾ, ਉਹਦੇ ਨਾਲ ਖੇਡਿਆ ਗਿਆ ਇਹਦੇ ਨਾਲ, ਪਹਿਲੀ ਗੱਲ। ਦੂਜਾ, ਇਸ ਤਰ੍ਹਾਂ ਹੀ ਖਰਚਾ ਉਹ 34,000-50,000 ਕਰੋੜ ਦਾ ਦੱਸਿਆ ਗਿਆ ਇਸੇ ਬਜਟ ਦੇ ਵਿੱਚ। ਲੇਕਿਨ ਜਿਹੜੀ ਅਫੀਸ਼ੀਅਲ ਫਿਗਰ ਹੈ ਇਹਨਾਂ ਦੀ ਦਸੰਬਰ 20 ਤੱਕ ਦੀ, ਉਹ ਤਾਂ 22,80,000 ਕਹਿੰਦੀ ਹੈ। ਉਹਦੇ 'ਚ ਮਤਲਬ 11 ਲੱਖ ਕਰੋੜ ਦਾ ਜਿਹੜਾ ਫਰਕ ਹੈ, 34%। ਕਿ ਉਹ ਤੁਸੀਂ 3 ਜਿਹੜੇ ਮਹੀਨੇ ਉਹ 'ਚ ਖਰਚੋਗੇ। ਉਹਦੇ ਨਾਲ ਇਹ ਮਤਲਬ ਜਿਹੜੀ ਹੈ ਨਾ, ਇੱਕ ਪੂਰਾ ਕਹਿ ਸਕਦੇ ਹੋ ਵੀ ਲੋਕਾਂ ਨੂੰ ਯਾਦ ਨਹੀਂ ਰਹਿਣਾ, ਲੋਕਾਂ ਨੂੰ ਪਤਾ ਨਹੀਂ ਹੈ, ਇਸ ਕਰਕੇ ਉਹਦਾ ਤੁਸੀਂ ਫਿਗਰਸ ਨਾਲ ਖੇਡਦੇ ਹੋ ਤੇ ਉਹ ਪਤਾ ਹੀ ਨਾ ਲੱਗੇ, ਅੰਕੜਿਆਂ ਦਾ ਹੇਰ ਫੇਰ ਕਰਦੇ, ਹੈ ਨਾ। ਤੁਸੀਂ ਤਾਂ ਯਕੀਨ ਕਰੋਗੇ ਨਾ ਜੇ ਅੰਕੜੇ ਵਿਸ਼ਵਾਸਯੋਗ ਹੋਣ। ਜੇ ਤੁਹਾਡੇ ਅੰਕੜੇ ਹੀ ਵਿਸ਼ਵਾਸਯੋਗ ਨਹੀਂ ਹੈਗੇ, ਫਿਰ ਤੁਸੀਂ ਉਹਦਾ ਯਕੀਨ ਕੀ ਕਰੋਗੇ? ਜਿਹੜਾ ਬਜਟ ਪੇਸ਼ ਹੁੰਦਾ ਉਹ ਐਸਟੀਮੇਟ ਹੈ ਨਾ ਜੀ, ਆਪਾਂ ਉਹਨੂੰ ਬਜਟ ਐਸਟੀਮੇਟ ਕਹਿੰਦੇ ਹਾਂ। ਇਹਦਾ ਮਤਲਬ ਉਹ ਕੁਛ ਹੋਣ ਵਾਲਾ ਹੋਊਗਾ ਕਿ ਨਹੀਂ, ਉਹ ਕਿਸੇ ਨੂੰ ਨਹੀਂ ਪਤਾ। ਜਿਵੇਂ ਕੋਵਿਡ ਕਰਕੇ ਜੋ ਕੁਛ ਹੋਣ ਵਾਲਾ ਸੀਗਾ ਉਹ ਨਹੀਂ ਹੋਇਆ 2021 'ਚ, ਇਸ ਲਈ ਉਹ ਜਿਹੜਾ ਕੁਛ ਨਹੀਂ ਹੋਇਆ ਉਹ ਵੀ ਅੰਕੜੇ ਠੀਕ ਨਹੀਂ। ਜਿਹੜੇ ਕੁਛ ਐਸਟੀਮੇਟ ਆ ਉਹ ਠੀਕ ਹੋਣਗੇ ਕਿ ਨਹੀਂ? ਇਸ ਕਰਕੇ ਮਤਲਬ ਇਹ ਜਿਹੜੀ ਸਰਕਾਰ ਹੈ ਨਾ, ਉਹਨੇ ਜਿਹੜਾ 1 ਫਰਵਰੀ ਨੂੰ ਕਰ ਲਿਆ, ਫਿਰ ਉਹਦੀ ਅਸੈਸਮੈਂਟ ਜਿਹੜੀ ਹੈ ਰਿਵਾਈਜ਼ਡ ਦੀ ਉਹ ਕੁਛ ਹੋਰ ਹੋਣ ਲੱਗ ਗਈ। ਇਸ ਲਈ ਲੋਕ ਪਿਛਲੀ ਵਾਰੀ ਕੀ ਸੀਗਾ, ਉਹਦੇ 'ਚ ਕੀ ਹੋਇਆ, ਭੁੱਲ ਜਾਂਦੇ ਆ। ਦੂਜੀ ਗੱਲ ਇਹ ਹੈ ਕਿ ਜਿਹੜੇ ਆਮ ਲੋਕ ਆ, ਉਹ ਤਾਂ ਤੁਸੀਂ ਹੁੰਦਾ ਜੇ ਤੁਸੀਂ ਇਸ ਬਜਟ ਦੇ ਵਿੱਚ ਪ੍ਰੋ ਪੀਪਲ ਪ੍ਰੋ ਪੂਅਰ ਪਾਲਿਸੀ, ਆਪਣੀ ਜਿਹੜੀ ਤੁਹਾਡੀ ਲੌਂਗ ਟਰਮ ਪਾਲਿਸੀ ਹੁੰਦੀ ਹੈ, ਉਹਨੂੰ ਤੁਸੀਂ ਰਿਫਲੈਕਟ ਕਰੋ, ਹੈ ਨਾ। ਉਹਦੇ 'ਚ ਰਿਫਲੈਕਟ ਕੀ ਹੋਇਆ ਕਿ ਉਹਦੇ 'ਚ ਰਿਫਲੈਕਟ ਹੋ ਰਿਹਾ ਨਿੱਜੀਕਰਨ, ਉਹਦੇ 'ਚ ਰਿਫਲੈਕਟ ਹੋਇਆ ਪ੍ਰੋ ਕਾਰਪੋਰੇਟ ਏਜੰਡਾ। ਇਸੇ ਕਰਕੇ ਜਿਹੜੇ ਸ਼ੇਅਰ ਮਾਰਕੀਟ ਹੈਗੀ ਹੈ ਉਹ ਉਛਾਲੇ ਮਾਰ ਰਹੀ ਹੈ, ਤੇ ਜਿਹੜੇ ਪ੍ਰੋ ਕਾਰਪੋਰੇਟ ਆ ਉਹ ਜਿਹੜੇ ਹੈ ਉਹ ਖੁਸ਼ੀ ਮਨਾ ਰਿਹਾ। ਇਹਦੇ ਵਿੱਚ 1,75,000 ਕਰੋੜ ਦੀ ਡਿਸਇਨਵੈਸਟਮੈਂਟ ਦਾ ਜਿਹੜਾ ਟਾਰਗੇਟ ਹੈ। ਤੇ ਅੱਜ ਹੀ ਜਿਹੜਾ ਨੀਤੀ ਆਯੋਗ ਦੇ ਇੱਕ ਬੰਦੇ ਦਾ ਫੋਨ ਆਇਆ, ਅੱਜ ਇੱਕ ਸਟੇਟਮੈਂਟ ਛਪੀ ਹੈ ਅਖਬਾਰ ਦੇ ਵਿੱਚ, ਫਾਈਨੈਂਸ਼ੀਅਲ ਐਕਸਪ੍ਰੈਸ, ਕਿ ਵੀ ਇਹ ਟਾਰਗੇਟ ਇਹਦੇ ਨਾਲੋਂ ਵੱਧ ਅਚੀਵ ਹੋ ਜਾਊਗਾ, ਹੈ ਨਾ। ਇਹਦਾ ਮਤਲਬ ਤੁਸੀਂ ਹੋਰ ਵੱਧ ਡਿਸਇਨਵੈਸਟਮੈਂਟ ਕਰ ਦੋਗੇ ਪਹਿਲਾਂ ਦੀ। ਤੇ ਇਹਦੇ ਵਿੱਚ ਹੀ ਮੈਂ ਤੁਹਾਨੂੰ ਜਿਹੜੀ ਨਿੱਜੀਕਰਨ ਦੀ ਉਦਾਹਰਨ ਦਿੰਦਾ ਨਾ, ਕਿਹੜਾ ਕੁਛ ਨਿੱਜੀਕਰਨ 'ਚ ਚੱਲਿਆ ਵਾ। ਪ੍ਰੋ ਕਾਰਪੋਰੇਟ ਜਿਹੜੇ ਫਲੈਗ ਕੋਰੀਡੋਰਸ ਹੈ, ਦਿੱਲੀ ਤੋਂ ਮੁੰਬਈ, ਬੰਗਲੌਰ ਤੋਂ ਚੇਨਈ, ਕਾਨਪੁਰ ਤੋਂ ਲਖਨਊ, ਦਿੱਲੀ ਤੋਂ ਦੇਹਰਾਦੂਨ, ਰਾਏਪੁਰ ਤੋਂ ਵਿਸ਼ਾਖਾਪਟਨਮ, ਚੇਨਈ ਤੋਂ ਸੇਲਮ, ਅੰਮ੍ਰਿਤਸਰ ਤੋਂ ਜਾਮਨਗਰ, ਦਿੱਲੀ ਤੋਂ ਕਟੜਾ, ਇਹ ਸਾਰੇ ਹੀ ਟੋਲ ਹੈ, ਟੋਲ ਰੋਡ ਬਣਨਗੀਆਂ, ਪ੍ਰਾਈਵੇਟ ਕੰਪਨੀਆਂ ਬਣਾਉਣਗੀਆਂ ਤੇ ਇਹ ਨਿੱਜੀਕਰਨ ਕੀਤਾ ਜਾਊਗਾ, ਹੈ ਨਾ। ਜਿਹੜੀ ਜ਼ਮੀਨ ਆ ਉਹ ਸਰਕਾਰ ਦੀ ਹੈ ਤੇ ਉਹਦੇ ਤੇ ਟੋਲ ਲੱਗੂਗਾ ਤੇ ਲੋਕ ਟੋਲ ਦੇ ਕੇ ਇਹ ਜਿਹੜੇ ਫਲੈਗ ਕੋਰੀਡੋਰਸ ਹੈ ਉਹਦੇ ਤੇ ਸਫ਼ਰ ਕਰਨਗੇ। ਇਹ ਤੋਂ ਅੱਗੇ ਰੇਲਵੇ ਚਲੇ ਜਾਓ, ਸੋਨਨਗਰ ਤੋਂ ਗੰਮੋਹ ਸੈਕਸ਼ਨ ਜਿਹੜਾ ਉਹ ਪੀਪੀ ਮੋਡ 'ਚ ਬਣੇਗਾ। ਫਿਰ ਜਿਹੜੇ ਕੋਰੀਡੋਰ ਹੈ, ਈਸਟ ਕੋਸਟ ਕੋਰੀਡੋਰ ਹੈ, ਈਸਟ ਵੈਸਟ ਕੋਰੀਡੋਰ ਹੈ, ਹਾਂਜੀ, ਨਾਰਥ ਸਾਊਥ ਕੋਰੀਡੋਰ ਹੈ, ਇਹ ਵੀ ਪ੍ਰਾਈਵੇਟ 'ਚ ਬਣਨਗੇ, ਪੀਪੀ ਮੋਡ 'ਚ ਜਾਣਗੇ। 20,000 ਬੱਸਾਂ, ਹੈ ਨਾ, ਉਹਨੂੰ ਇਨੋਵੇਟਿਵ ਪੀਪੀ ਮੋਡ ਕਿਹਾ ਜਾ ਰਿਹਾ
ਕਿ ਉਹ ਜਿਹੜੀਆਂ 20,000 ਬੱਸਾਂ ਅਰਬਨ ਏਰੀਆ ਚਲਾਈਆਂ ਜਾਣਗੀਆਂ ਉਹ ਵੀ ਪ੍ਰਾਈਵੇਟ ਦੇ ਅੰਡਰ ਚਲਾਈਆਂ ਜਾਣਗੀਆਂ, ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ। ਤੇ ਪਾਵਰ ਦੇ ਵਿੱਚ ਹੈ ਨਾ ਜਿਹੜਾ ਬਿਜਲੀ ਬਿੱਲ ਸੀਗਾ ਉਹਦੀ ਵੀ ਹੈਗਾ ਡਿਸਟ੍ਰੀਬਿਊਸ਼ਨ ਪ੍ਰਾਈਵੇਟ ਕੰਪਨੀ ਕਰੂਗੀ। 7 ਪ੍ਰੋਜੈਕਟ ਜਿਹੜੇ ਪੋਰਟ ਹੈ ਸਾਡੇ ਹੈ ਨਾ ਸਮੁੰਦਰੀ ਬੰਦਰਗਾਹਾਂ ਨੇ, ਉਹ ਤਾਂ 7 ਪੋਰਟ ਉਹ ਵੀ ਪੀਪੀ ਮੋਡ 'ਚ ਹੋਣਗੇ 21-22 'ਚ ਹੈ ਨਾ ਜੀ। ਉਹ ਤੋਂ ਅੱਗੇ ਚਲੇ ਜਾਓ 2 PSU ਬੈਂਕ ਜਿਹੜੇ ਉਹਨਾਂ ਦਾ ਨਿੱਜੀਕਰਨ ਕਰ ਦਿੱਤਾ ਜਾਊਗਾ। ਇੱਕ ਇੰਸ਼ੋਰੈਂਸ ਕੰਪਨੀ ਜਿਹੜੀ ਵੇਚ ਦਿੱਤੀ ਜਾਊਗੀ। ਗਰੀਬ ਲੋਕਾਂ ਦੀ, ਆਮ ਬੰਦੇ ਦੀ, ਮਿਡਲ ਕਲਾਸ ਦੀ ਸਭ ਤੋਂ ਵਿਸ਼ਵਾਸਯੋਗ ਕੰਪਨੀ LIC ਇੰਸ਼ੋਰੈਂਸ ਦੀ, ਉਹਦਾ ਇਨੀਸ਼ੀਅਲ ਜਿਹੜਾ ਪਬਲਿਕ ਆਫਰਿੰਗ IPO ਕਹਿੰਦੇ ਆ, ਨਿੱਜੀਕਰਨ ਦਾ ਪ੍ਰੋਸੈਸ ਸ਼ੁਰੂ ਕਰ ਦਿੱਤਾ ਜਾਊਗਾ। LIC ਦਾ ਕਿਹਨੇ ਮੰਗਿਆ ਨਿੱਜੀਕਰਨ? ਕਿਹੜੀ ਯੂਨੀਅਨ ਨੇ ਮੰਗਿਆ? ਕਿਉਂ ਕਰ ਰਹੇ ਹੋ? ਉਹਦੇ ਕੋਲ ਤਾਂ 300 ਕਰੋੜ ਅਨਕਲੇਮਡ ਹੈ ਨਾ ਪੈਸਾ ਜਿਹੜਾ ਕਲੇਮ ਨਹੀਂ ਹੋਇਆ, ਮਰ ਗਏ ਲੋਕਾਂ ਨੇ, ਨਹੀਂ ਕੀਤਾ। ਉਹਨੂੰ ਮਤਲਬ ਨਿੱਜੀਕਰਨ ਤੁਸੀਂ ਕਰ ਦਿਓਗੇ, ਉਹਨੂੰ ਫਿਰ ਨਿੱਜੀਕਰਨ ਵੇਚ ਦਿਓਗੇ ਕਿ ਇੰਸ਼ੋਰੈਂਸ ਸੈਕਟਰ ਦੇ ਵਿੱਚ ਤੁਸੀਂ 49% ਤੋਂ ਵਧਾ ਕੇ ਉਹ 74% ਕਰਤਾ। ਇੱਕ ਚੰਗੀ ਭਲੀ ਕੰਪਨੀ ਜਿਹੜੀ ਬਿਲਕੁਲ ਠੀਕ ਠਾਕ ਚੱਲਦੀ ਹੈ, ਉਹ ਕਿਹਦੇ ਕਹੇ ਤੇ ਕਿਹਦੇ ਹਿੱਤ 'ਚ ਵੇਚੀ ਜਾ ਰਹੀ ਹੈ? ਕਾਰਪੋਰੇਟ ਦੇ ਹਿੱਤ 'ਚ ਵੇਚੀ ਜਾ ਰਹੀ ਹੈ। ਸੋ ਇਸ ਲਈ ਇਹ ਪੂਰਾ ਜਿਹੜਾ ਇੱਕ ਨਿੱਜੀਕਰਨ ਤੇ ਪ੍ਰੋ ਕਾਰਪੋਰੇਟ ਜਿਹੜਾ ਏਜੰਡਾ ਇਸ ਸਰਕਾਰ ਦਾ, ਉਹਦੇ 'ਚ ਲਾਗੂ ਹੋਇਆ। ਤੇ ਜਿਹੜੇ ਆਮ ਲੋਕਾਂ ਲਈ ਰੁਜ਼ਗਾਰ ਚਾਹੀਦਾ, ਆਮ ਲੋਕਾਂ ਲਈ ਆਮਦਨੀ ਵਧਣੀ ਚਾਹੀਦੀ ਹੈ। ਤੇ ਇੱਕ ਮੈਂ ਫੈਕਟ ਹੋਰ ਦਿੰਦਾ ਕਿ ਜਿਹੜਾ ਇਹ ਮਹਾਮਾਰੀ ਦਾ ਦੌਰ ਸੀ, ਉਹਦੇ 'ਚ ਲੱਖਾਂ ਹੀ ਲੋਕ ਸ਼ਹਿਰਾਂ ਤੋਂ ਪਿੰਡਾਂ ਚਲੇ ਗਏ, ਕਰੋੜਾਂ ਲੋਕਾਂ ਦਾ ਰੁਜ਼ਗਾਰ ਖੁੱਸ ਗਿਆ। ਉਹਦੇ ਬਾਰੇ 'ਚ ਇਸ ਬਜਟ 'ਚ ਕਿਤੇ ਵੀ ਜ਼ਿਕਰ ਨਹੀਂ ਹੈ, ਕਿਤੇ ਵੀ। ਕਿੰਨੀ ਮਤਲਬ ਨਾਦਾਰਦ ਸਰਕਾਰ ਹੈ ਕਿ ਉਹਦਾ ਤੁਸੀਂ ਘੱਟੋ ਘੱਟ ਹਜ਼ਾਰਾਂ ਕਰੋੜਾਂ ਬੰਦਿਆਂ ਦਾ ਜਿਹੜੇ ਪੈਦਲ ਗਏ, ਜਿਹੜੇ ਮਰ ਗਏ, ਜਿਹੜੀਆਂ ਔਰਤਾਂ ਨੇ ਸੜਕਾਂ 'ਤੇ ਹੀ ਬੱਚਿਆਂ ਨੂੰ ਜਨਮ ਦਿੱਤਾ, ਉਹਦਾ ਦੁੱਖ ਦਰਦ ਤਾਂ ਇੱਥੇ ਸ਼ੋਅ ਕਰ ਦਿਓ ਹੈ ਨਾ, ਉਹ ਵੀ ਨਹੀਂ ਹੈ। ਤੇ ਉਹਨਾਂ ਲਈ ਕੀ ਕਰਨਾ, ਉਹਨਾਂ ਨੂੰ ਰੁਜ਼ਗਾਰ ਕਿਵੇਂ ਪੈਦਾ ਕਰਨਾ, ਉਹ ਕੁਛ ਨਹੀਂ ਹੈ। ਇਹਦੇ 'ਚ ਰੁਜ਼ਗਾਰ ਦੇ ਲਈ ਇਹ ਸੀਗਾ ਕਿ ਮਨਰੇਗਾ, ਇਸ ਵੇਲੇ ਬਹੁਤ ਸਾਰੇ ਅਰਥ ਸ਼ਾਸਤਰੀਆਂ ਨੇ ਕਿਹਾ ਕਿ ਰੁਜ਼ਗਾਰ ਲਈ ਤੁਸੀਂ ਮਨਰੇਗਾ ਯੂਜ਼ ਕਰੋ, ਬਾਕੀ ਰੁਜ਼ਗਾਰ ਹੁਣ ਖੁੱਸ ਗਿਆ ਕਿ ਉਹਦੇ 'ਚ ਜਿਹੜੀ ਸਾਡੀ GDP ਹੈ ਥੱਲੇ ਚਲੀ। ਲੇਕਿਨ ਇਸੇ ਸਮੇਂ ਦੌਰਾਨ, ਮਹਾਮਾਰੀ ਦੇ ਦੌਰਾਨ ਜਿਹੜੇ ਕਾਰਪੋਰੇਟ ਹੈ ਉਹਨਾਂ ਦੀ ਜਾਇਦਾਦ ਤਾਂ ਵਧੀ ਹੈ ਨਾ। ਬੜੀ ਵਿਡੰਬਨਾ ਕਿ ਬਾਕੀਆਂ ਦੀ ਇਨਕਮ ਘਟ ਗਈ, ਸਾਡਾ ਗਰੋਥ ਰੇਟ ਘਟ ਗਿਆ। ਗਰੋਥ ਰੇਟ ਦਾ ਮਤਲਬ ਪੈਦਾਵਾਰ ਘਟ ਗਈ ਤਾਂ ਇਨਕਮ ਘਟ ਗਈ। ਲੇਕਿਨ ਕਾਰਪੋਰੇਟ ਦੀ ਜਾਇਦਾਦ ਵਧ ਗਈ ਹੈ ਨਾ। ਉਹ ਜਾਇਦਾਦ ਜਿਹੜੀ ਹੈ ਵਧੀ ਸਾਰਿਆਂ ਦੀ, ਜਿਹੜੇ ਵੱਡੇ ਕਾਰਪੋਰੇਟ ਹੈ। ਸੋ ਇਸ ਲਈ ਉਹ ਉਦੋਂ ਕਿਹਾ ਗਿਆ ਵੀ ਆਮ ਲੋਕਾਂ ਨੂੰ, ਗਰੀਬ ਨੂੰ ਬਚਾਉਣ ਲਈ ਮਨਰੇਗਾ ਦੀ ਐਲੋਕੇਸ਼ਨ ਵਧਾ ਦਿਓ। ਐਲੋਕੇਸ਼ਨ ਪਹਿਲਾਂ ਜਿਹੜਾ 2021 ਦਾ ਬਜਟ ਸੀ, ਉਹਦੇ 'ਚ 61,500 ਕਰੋੜ ਸੀਗੀ, ਉਹ ਫਿਰ ਵਧਾਈ ਗਈ 1 ਕਰੋੜ 5,000 ਕਰੋੜ ਕੀਤੀ ਗਈ। ਹੁਣ ਜਿਹੜਾ ਖਰਚਾ ਹੋਇਆ, ਜਿਹੜਾ ਬਜਟ ਐਸਟੀਮੇਟ ਰਿਵਾਈਜ਼ਡ ਐਸਟੀਮੇਟ ਹੈ, ਉਹ ਦੱਸਦਾ ਕਿ 1 ਕਰੋੜ 11,500 ਕਰੋੜ ਰੁਪਈਆ ਖਰਚ, 1,11,500 ਕਰੋੜ ਰੁਪਈਆ ਮਨਰੇਗਾ 'ਤੇ ਖਰਚ ਹੋਇਆ। ਲੇਕਿਨ ਐਲੋਕੇਸ਼ਨ ਹੈ 73,000 ਕਰੋੜ ਦੀ। ਇਹਦਾ ਮਤਲਬ ਤੁਹਾਨੂੰ ਮਨਰੇਗਾ 'ਚ ਵੀ ਰੁਜ਼ਗਾਰ ਨਹੀਂ ਦਿਓਗੇ। ਫਿਰ ਵੱਡਾ ਸੈਕਟਰ ਹੈ MSMEs ਹੈ ਨਾ ਜੀ, ਮਾਈਕਰੋ ਸਮਾਲ ਤੇ ਮੀਡੀਅਮ ਜਿਹੜੀਆਂ ਇੰਡਸਟਰੀਜ਼ ਹੈ, ਛੋਟੇ ਕਾਰੋਬਾਰ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ, ਉਹਦੀ ਡੈਫੀਨੇਸ਼ਨ ਹੈਗੀ ਹੈ। ਉਹਦੀ ਗਿਣਤੀ 6 ਕਰੋੜ 25 ਲੱਖ ਤੋਂ ਵੱਧ ਹੈ। ਉਹਦੇ ਲਈ ਸਿਰਫ ਤੇ ਸਿਰਫ ਜਿਹੜੇ ਪਹਿਲੇ ਪੈਕੇਜ ਆਏ 20 ਲੱਖ ਦਾ ਜਿਹੜਾ ਇੱਕ ਪੈਕੇਜ ਸੀ, ਉਹਦੇ 'ਚ ਸਿਰਫ ਵਿਵਸਥਾ ਕੀਤੀ ਗਈ ਸੀ ਲੋਨ ਦੀ, ਕਿ ਤੁਸੀਂ 3 ਲੱਖ ਕਰੋੜ ਰੁਪਈਆ ਉਹਨਾਂ ਨੂੰ ਲੋਨ ਦੇਣ ਲਈ ਰੱਖਤਾ। ਉਹਦਾ ਫਾਇਦਾ ਸਿਰਫ 44 ਲੱਖ ਨੂੰ ਹੋਇਆ ਤੇ ਲੱਖਾਂ ਇੰਡਸਟਰੀ ਉਹ ਬੰਦ ਹੋ ਗਈ। ਉਹ ਜੋ ਲੋਕ ਬੇਰੁਜ਼ਗਾਰ ਹੋ ਗਏ, ਛੋਟੇ ਧੰਦੇ ਪੈਦਾ ਕਰਨ ਵਾਲੇ ਸੀ, ਉਹਨਾਂ ਲਈ ਸਿਰਫ 15,700 ਕਰੋੜ ਰੱਖਿਆ। ਇਹਦਾ ਮਤਲਬ ਤੁਸੀਂ ਉਹਨੂੰ ਪੈਰ ਸਿਰ ਨਹੀਂ ਲਿਆਓਗੇ। ਬਹੁਤ ਵੱਡਾ ਸੈਕਟਰ ਹੈ ਜਿਹੜਾ ਰੁਜ਼ਗਾਰ ਪੈਦਾ ਕਰਦਾ। ਸੋ ਇਸ ਲਈ ਇਹ ਰੁਜ਼ਗਾਰ ਹੀ ਨਹੀਂ ਜਦੋਂ ਹੋਊਗਾ, ਸਾਡੀ ਜਿਹੜੀ ਇਕੋਨਮੀ ਹੈ ਉਹਦੇ ਸਭ ਤੋਂ ਵੱਡੀ ਮਾਰ ਇਹੀ ਪੈ ਰਹੀ ਹੈ ਕਿ ਮੰਗ ਹੈ ਨਹੀਂ, ਤੇ ਇਸ ਸਮੇਂ ਮੰਗ ਹੋਰ ਹੈ ਨਹੀਂ। ਤੇ ਮੰਗ ਪੈਦਾ ਕਰਨ ਲਈ ਤੁਹਾਨੂੰ ਲੋਕਾਂ ਨੂੰ ਰੁਜ਼ਗਾਰ, ਉਹਨਾਂ ਦੀ ਇਨਕਮ, ਉਹਨਾਂ ਦੀ ਪਰਚੇਜਿੰਗ ਪਾਵਰ ਵਧਾਉਣੀ ਚਾਹੀਦੀ ਹੈ। ਉਹਦੇ 'ਚ ਇਹ ਸਾਰਾ ਕੁਛ ਮਿਸਿੰਗ ਹੈ, ਉਹ ਹੈ ਨਹੀਂ ਗਾ। ਸੋ ਅਗਲੀ ਜਿਹੜੀ ਮੈਂ ਗੱਲ ਕਰਦਾ ਕਿ ਜਿਹੜੀ ਪ੍ਰੋ ਪੀਪਲ, ਤੁਸੀਂ ਆਮ ਬੰਦੇ ਦੀ ਗੱਲ ਹੈ, ਉਹਦੇ 'ਚ ਮਿਡ ਡੇ ਮੀਲ ਸਕੀਮ ਚੱਲਦੀ ਹੈ, ਉਹਦਾ ਬਜਟ ਘਟਾਤਾ ਜਿੰਨਾ ਖਰਚਾ ਹੋਇਆ 2021 'ਚ। ਫਿਰ ਉਹਦੇ ਸਵੱਛ ਭਾਰਤ ਮਿਸ਼ਨ ਹੈ, ਉਹਦਾ ਖਰਚਾ ਜਿਹੜਾ
ਉਨਾ ਹੀ ਹੈ ਜਿੰਨਾ ਪਹਿਲਾਂ ਸੀਗਾ, ਉਹ ਨਹੀਂ ਵਧਾਇਆ। ਸਵੱਛ ਭਾਰਤ ਤੁਹਾਨੂੰ ਪਤਾ ਹੈ ਨਾ ਜੋ ਕੁਛ ਹੈ। ਫਿਰ ਅੱਗੇ ਜਿਹੜੀ FCI ਦੇ ਵਿੱਚ ਹੈ ਕਿ ਜਿਹੜੀ ਅਸੀਂ ਫੂਡ ਸਿਕਿਉਰਿਟੀ ਐਕਟ ਦੇ ਅੰਡਰ ਇਸ ਐਮਰਜੈਂਸੀ ਦੌਰਾਨ 5 ਕਿਲੋ ਅਨਾਜ ਦਿੱਤਾ। ਬਹੁਤ ਸਾਰੇ ਜਿਹੜੇ ਅਰਥ ਸ਼ਾਸਤਰੀ ਉਹਨਾਂ 10 ਕਿਲੋ ਦੀ ਰਿਕਮੈਂਡੇਸ਼ਨ ਦਿੱਤੀ ਸੀ। ਉਹਦੇ ਲਈ ਅਸੀਂ 3,44,000 ਕਰੋੜ ਰੁਪਈਆ ਸਾਡਾ ਰਿਵਾਈਜ਼ ਐਸਟੀਮੇਟ 'ਚ ਖਰਚ ਹੋਇਆ। ਹਾਲੇ ਕਰੋਨਾ ਇੱਥੇ ਹੈ, ਲੋਕਾਂ ਨੂੰ ਉਸ ਪੱਧਰ 'ਤੇ ਰੁਜ਼ਗਾਰ ਮਿਲਿਆ ਨਹੀਂ। ਗਰੀਬ ਬੰਦੇ ਨੂੰ ਉਹਦੀ ਜਿਹੜੀ ਜ਼ਰੂਰਤ ਹੈ ਉਹਦਾ 1.5 ਲੱਖ ਕਰੋੜ ਦੇ ਕਰੀਬ ਬਜਟ ਘਟਾ ਕੇ ਤੁਸੀਂ 2 ਲੱਖ ਕਰੋੜ ਦੇ ਕੀਤਾ। 2 ਲੱਖ ਕਰੋੜ 2600 ਰੁਪਈਏ ਹੈ ਨਾ ਜੀ ਉਹਦਾ। ਇਸੇ ਤਰ੍ਹਾਂ ਹੀ ਜਿਹੜੀ ਡੀਸੈਂਟਰਲਾਈਜ਼ਰ ਜਿਹੜੀਆਂ ਹੋਰ ਏਜੰਸੀਜ਼ ਖਰੀਦਦੀਆਂ ਉਹਨਾਂ ਦਾ 78,000 ਕਰੋੜ ਰੁਪਈਆ ਉਹਦੇ ਲਈ ਤੁਸੀਂ ਐਲੋਕੇਟ ਮਤਲਬ ਖਰਚ ਕੀਤਾ। ਇਹ ਐਸਟੀਮੇਟ ਤੁਹਾਡਾ ਰਿਵਾਈਜ਼ਡ ਐਸਟੀਮੇਟ ਦੱਸਦਾ, ਲੇਕਿਨ ਐਲੋਕੇਸ਼ਨ 40,000 ਕਰੋੜ ਦੀ। ਉਸੇ ਤਰ੍ਹਾਂ ਹੀ ਜਿਹੜਾ ਡਾਇਰੈਕਟ ਬੈਨੀਫਿਟ ਹੈ LPG ਦਾ, ਜਿਹੜਾ ਗਰੀਬ ਬੰਦੇ ਨੂੰ ਮਿਲਣਾ ਹੈ ਨਾ, ਡਾਇਰੈਕਟ ਟਰਾਂਸਫਰ ਬੈਨੀਫਿਟ ਕਹਿੰਦੇ ਆ ਨਾ DBT, ਉਹਦੇ ਅੰਡਰ 35,605 ਕਰੋੜ ਦੀ ਐਲੋਕੇਸ਼ਨ ਸੀਗੀ ਪਿਛਲੇ ਬਜਟ ਦੇ ਵਿੱਚ। ਖਰਚ ਕੀਤਾ ਸਿਰਫ 25,521 ਕਰੋੜ। ਲੇਕਿਨ ਹੁਣ ਤਾਂ ਸਾਰਾ ਹੀ ਐਲੋਕੇਸ਼ਨ ਹੀ 12,480 ਕਰੋੜ ਦੀ ਹੈ। ਕੀ ਤੁਸੀਂ ਕਹਿੰਦੇ ਹੋ ਵੀ ਜਿਹਨਾਂ ਨੂੰ LPG ਤੇ ਜਿਹੜੀ ਸਬਸਿਡੀ ਦਿੰਦੇ ਸੀ ਕਿ ਉਹ ਲੋਕ ਅਮੀਰ ਹੋ ਗਏ? ਮਤਲਬ ਉਹ ਸਬਸਿਡੀ ਜਿਹੜੀ ਹੈ 200 ਰੁਪਈਏ ਸਿਲੰਡਰ ਜਿਹੜਾ 200 ਰੁਪਈਏ ਤੱਕ ਵੱਧ ਗਿਆ। ਸਬਸਿਡੀ ਘਟ ਗਈ, ਸਬਸਿਡੀ ਆਉਂਦੀ ਕਿਸੇ 10 ਰੁਪਈਏ ਕਿਸੇ 12 ਰੁਪਈਏ, ਉਹਦੇ ਬਾਵਜੂਦ ਤੁਸੀਂ ਉਹ ਜਿਹੜਾ ਘਟਾਇਆ। ਸੋ ਇਸ ਲਈ ਜਿੰਨੀਆਂ ਇਹ ਸਾਰੀਆਂ ਗੱਲਾਂ ਨੇ ਉਹਦੇ ਨਾਲ ਜਿਹੜਾ ਆਮ ਬੰਦਾ ਜਿਹਦੀ ਜ਼ਿੰਦਗੀ ਪਹਿਲਾਂ ਹੀ ਕਾਫੀ ਡਿਫਿਕਲਟ ਹੈ ਕਿ ਰੁਜ਼ਗਾਰ ਨਹੀਂ ਹੈ, ਇਨਕਮ ਨਹੀਂ ਹੈ, ਬਹੁਤ ਸਾਰੇ ਬੱਚਿਆਂ ਦੀ ਫੀਸ ਨਹੀਂ ਭਰ ਸਕੇ, ਉਹ ਸਾਰਿਆਂ ਲਈ ਇਹਦੇ 'ਚ ਕੋਈ ਰਾਹਤ ਨਹੀਂ, ਸਗੋਂ ਉਹਨਾਂ ਦੀਆਂ ਮੁਸ਼ਕਲਾਂ ਵੱਧਦੀਆਂ ਨੇ ਜੀ। ਟਵਾਣਾ ਸਾਹਿਬ, ਬੜੇ ਤੁਸੀਂ ਹੈਰਾਨੀਜਨਕ ਅੰਕੜੇ ਸਾਂਝੇ ਕੀਤੇ। ਦੂਜੇ ਪਾਸੇ ਸਰਕਾਰ ਕਹਿੰਦੀ ਕਿ ਹੋਮ ਲੋਨ 'ਤੇ ਅਸੀਂ ਵਾਧੂ ਛੋਟ ਦੇਤੀ, ਨਵੇਂ ਰੁਜ਼ਗਾਰ ਪੈਦਾ ਹੋਣਗੇ। 11,000 ਕਰੋੜ ਪਬਲਿਕ ਟਰਾਂਸਪੋਰਟ ਲਈ ਰੱਖਤਾ। 94,000 ਕਰੋੜ ਤੋਂ ਵਧਾ ਕੇ ਅਸੀਂ 2.24 ਲੱਖ ਕਰੋੜ ਦਾ ਬਜਟ ਰੱਖਿਆ ਸਿਹਤ ਲਈ। ਪਰ ਤੁਹਾਡੀਆਂ ਗੱਲਾਂ ਤੋਂ ਮੈਨੂੰ ਐਂ ਲੱਗਦਾ ਕਿ ਜੋ ਇਹ ਬਜਟ ਹੈ ਕਿਤੇ ਨਾ ਕਿਤੇ ਇਹ ਕਾਰਪੋਰੇਟ ਹਾਊਸ ਦੀ ਦਿਸ਼ਾ ਵੱਲ ਚੱਲਦਾ ਹੋਇਆ। ਦੇਖੋ, ਜਿਹੜੀ ਮਹਾਮਾਰੀ ਆਈ, ਜਿਹੜਾ ਹੈਲਥ ਸਿਸਟਮ ਸੀ ਸਾਡਾ, ਅਸੀਂ ਜਿਹੜਾ ਸਰਕਾਰੀ ਪਬਲਿਕ ਹੈਲਥ ਸਿਸਟਮ ਸੀ ਉਹਨੂੰ ਪੂਰਾ ਬਰਬਾਦ ਕਰਕੇ ਪ੍ਰਾਈਵੇਟ ਨੂੰ ਦੇਤਾ ਨਾ ਜੀ, ਨਿੱਜੀਕਰਨ 'ਚ ਦੇਤਾ। ਹੁਣ ਜੇ ਅਸੀਂ ਉਹਨੂੰ ਬਜਟ ਵਧਾਇਆ, ਉਹ ਕਿੰਨਾ ਕੁ ਆਊਗਾ? ਉਹਦੇ 'ਚ 35,000 ਕਰੋੜ ਰੁਪਈਆ ਤਾਂ ਅਸੀਂ ਕਹਿੰਦੇ ਹਾਂ ਵੈਕਸੀਨ ਜਿਹੜੀ ਫਰੀ ਅਸੀਂ ਦੇਣੀ ਹੈ, ਲਾਉਣੀ ਹੈ, ਵੀ ਉਹ ਲਾਵਾਂਗੇ। ਇਹਦੇ 'ਚੋਂ ਕਿੰਨਾ ਇਨਫਰਾਸਟਰਕਚਰ ਲਈ ਨਵੇਂ ਹਸਪੀਟਲ ਦੀ ਤਾਂ ਗੱਲ ਹੈ ਨਹੀਂ ਇਹਦੇ 'ਚ, ਅਤੇ ਇਨਫਰਾਸਟਰਕਚਰ ਕਿਵੇਂ ਦਾ ਉਸਰੇਗਾ ਅਤੇ ਇਹ ਖਰਚ ਹੋਊਗਾ ਵੀ ਨਹੀਂ ਹੋਊਗਾ, ਇਹਦੇ 'ਤੇ ਬਹੁਤ ਸਾਰੇ ਕਿੰਤੂ। ਲੇਕਿਨ ਚੰਗੀ ਗੱਲ ਹੈ ਜੇ ਲੋਕਾਂ ਦੀ ਸਿਹਤ ਨੂੰ ਰੱਖਦੇ ਹੋਏ ਪਬਲਿਕ ਹੈਲਥ ਸਿਸਟਮ ਨੂੰ ਅਸੀਂ ਜਿਹੜਾ ਕਾਮਯਾਬ ਕਰੀਏ, ਉਹਨੂੰ ਵੱਡੇ ਪੱਧਰ 'ਤੇ ਜਿਹੜਾ ਉਹਦਾ ਇਨਫਰਾਸਟਰਕਚਰ ਬਿਲਡ ਕਰੀਏ ਚੰਗਾ। ਲੇਕਿਨ ਗੱਲ ਹੈਗੀ ਆ ਕਿ ਜਿਹੜਾ ਸਾਡਾ ਆਮ ਬੰਦੇ ਦਾ ਜਿਹੜਾ ਖਰਚਾ ਸਿਹਤ ਦੇ ਉੱਤੇ, ਉਹ ਤਾਂ ਪ੍ਰਾਈਵੇਟ ਆਪਣੀ ਪੋਕਟ 'ਚੋਂ ਬਹੁਤ ਜ਼ਿਆਦਾ ਜੀ। ਉਹ ਜਿਹੜਾ ਹੁਣ ਵੀ ਇਹ ਸਾਰਾ ਕੁਛ ਕਰਕੇ ਵੀ 1.3% GDP ਦਾ ਬਣਦਾ। ਬਹੁਤ ਸਾਰੇ ਮੁਲਕਾਂ ਗਰੀਬ ਜਿਨ੍ਹਾਂ ਦਾ 3% ਹੈ GDP ਦਾ ਖਰਚਾ, ਇਹ ਤਾਂ ਹੋਰ ਵਧਾਉਣ ਦੀ ਲੋੜ ਹੈ। ਲੋਕਾਂ ਨੂੰ ਫ੍ਰੀ ਸਿਹਤ ਸੇਵਾਵਾਂ ਅਤੇ ਫ੍ਰੀ ਸਿੱਖਿਆ ਮਿਲਣੀ ਚਾਹੀਦੀ ਹੈ ਨਹੀਂ, ਇਹ ਉੱਥੇ ਤੱਕ ਨਹੀਂ ਲੈ ਕੇ ਜਾਂਦਾ ਹੈ ਨਾ। ਇਹ ਹੈ ਦੂਜੀ ਜਿਹੜੀ ਗੱਲ ਹੈ ਕਿ ਤੁਸੀਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ, ਅਤੇ ਐਜੂਕੇਸ਼ਨ ਦੇ ਵਿੱਚ ਜਿਹੜਾ ਬਜਟ ਐਲੋਕੇਸ਼ਨ ਪਿਛਲੇ ਸਾਲ ਦੀ ਸੀਗੀ 2020-21 ਦੀ, ਉਹ 99,000 ਕਰੋੜ ਰੁਪਈਆ ਸੀਗੀ। ਇਸ ਵਾਰੀ ਉਹ 93,000 ਕਰੋੜ ਹੈ ਹਾਂਜੀ, ਉਹ ਘਟਾਤੀ ਹੈ ਨਾ। ਖਰਚ ਸਿਰਫ 85,000 ਕਰੋੜ ਹੀ ਕੀਤਾ। ਕੀ ਇਹ ਸਮਝੇ ਵੀ ਹਾਂਜੀ ਉੱਥੇ ਖਰਚ ਕਰਨ ਲਈ ਨਹੀਂ ਸੀਗਾ? ਉਹ ਸੀਗਾ, ਨਹੀਂ ਹੋਇਆ, ਨਹੀਂ ਕੀਤਾ ਗਿਆ, ਨਹੀਂ ਹੋ ਰਿਹਾ। ਅਤੇ ਸਿੱਖਿਆ ਦੇ ਲਈ ਜਿਹੜੀ ਆਮ ਲੋਕਾਂ ਦੀ ਉਹ ਹੈ, ਉਹਦੇ 'ਚ ਅਸੀਂ ਕਹਿਤਾ ਇਕਲੱਬਿਆ ਸਕੂਲ ਬਣਾਵਾਂਗੇ 1500 ਟਰਾਈਬਲ ਏਰੀਏ 'ਚ। ਉਹ ਠੀਕ ਹੈ, ਬਣਾਉਣੇ ਚਾਹੀਦੇ, ਪਰ ਕਿੰਨੀ ਲੋੜ ਹੈ ਅਤੇ ਕਿੰਨੇ ਸਕੂਲ ਸਰਕਾਰੀ ਹੋਰ ਖੋਲ੍ਹੇ ਜਾਣ ਅਤੇ ਸਟੇਟਾਂ ਖੋਲ੍ਹਣ, ਉਹਦੇ ਬਾਰੇ ਕੁਛ ਨਹੀਂ ਹੈ। ਸਟੇਟ ਖੋਲ੍ਹਣੀ ਨਹੀਂ, ਫਿਰ 100 ਸਕੂਲ ਇਹ ਕਹਿੰਦਾ ਸੈਨਿਕ ਹੋਣਗੇ ਜਿਹੜੇ NGO ਚਲਾਉਣਗੇ ਹਾਂਜੀ। NGO ਦਾ ਕੀ ਮਤਲਬ ਹੈ? ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਆ ਉਹਦੇ 'ਚ NGO ਆ ਗਏ। NGO ਦੇ ਬਾਰੇ 'ਚ ਮੈਂ ਬਾਹਲਾ ਕਮੈਂਟ ਨਹੀਂ ਕਰਨਾ ਚਾਹੁੰਦਾ। ਬਹੁਤ ਸਾਰੇ NGO ਆ ਜਿਹਦੇ 'ਚ ਬਹੁਤ ਕੁਛ ਜਿਹੜਾ ਫਰਾਡ ਵੀ ਹੁੰਦਾ, ਲੇਕਿਨ ਬਹੁਤ ਸਾਰੇ NGO ਜਿਹੜੇ ਚੰਗਾ ਕੰਮ ਕਰਦੇ ਆ। ਲੇਕਿਨ ਇਹਨਾਂ ਨੇ ਐਜੂਕੇਸ਼ਨ 'ਚ NGO ਕਿਹੜੇ ਵਾੜਨੇ? ਜਿਹੜਾ ਇਹਨਾਂ ਦਾ ਏਜੰਡਾ
ਉਸ ਏਜੰਡੇ ਤਹਿਤ ਤੁਸੀਂ ਕਰੋਗੇ। ਲੇਕਿਨ ਸੈਨਿਕ ਸਕੂਲ ਤੁਸੀਂ ਕਿਉਂ ਨਹੀਂ ਚਲਾ ਸਕਦੇ? ਸਰਕਾਰ ਦੀ ਜ਼ਿੰਮੇਵਾਰੀ ਹੈ, ਚਲਾਉਣ। ਸੋ ਇਸ ਲਈ ਇੱਕ ਯੂਨੀਵਰਸਿਟੀ ਲੇਹ ਦੀ ਸੈਂਟਰਲ ਖੋਲ੍ਹਤੀ। ਯੂਨੀਵਰਸਿਟੀਆਂ ਸਰਕਾਰ ਨੂੰ ਬਹੁਤ ਖੋਲ੍ਹਣ ਦੀ ਲੋੜ ਹੈ। ਜਿਹੜੀਆਂ ਪਹਿਲੀਆਂ ਖੋਲ੍ਹੀਆਂ ਵੀ ਹੈ ਉਹਨੂੰ ਤਕੜਾ ਕਰਨ ਲਈ ਐਜੂਕੇਸ਼ਨ ਦਾ ਬਜਟ ਤੁਸੀਂ ਘਟਾ ਰਹੇ ਹੋ, ਵਧਾ ਨਹੀਂ ਰਹੇ, ਹੈ ਨਾ। ਜਿੰਨੀਆਂ ਸੈਂਟਰਲ ਯੂਨੀਵਰਸਿਟੀਆਂ ਪਹਿਲਾਂ, ਜਿਹੜਾ ਤੁਸੀਂ ਹੋਰ ਸੈਂਟਰ ਨਹੀਂ ਮਦਦ ਦਿੱਤੀ ਜਾ ਸਕਦੀ ਸਟੇਟ ਯੂਨੀਵਰਸਿਟੀਜ਼ ਨੂੰ, ਅਤੇ ਸਟੇਟ ਯੂਨੀਵਰਸਿਟੀ ਦਾ ਤਾਂ ਮਤਲਬ ਇਹ ਹਾਲ ਹੈ ਕਿ ਲੋਕਾਂ ਨੂੰ ਤਾਂ ਤਨਖਾਹਾਂ ਨਹੀਂ ਮਿਲਣੀਆਂ ਉੱਥੇ, ਉਹਨਾਂ ਦੇ ਇਨਫਰਾਸਟਰਕਚਰ ਜਿਹੜੀ ਡਿਵੈਲਪਮੈਂਟ ਨਹੀਂ ਹੋ ਰਹੀ, ਹੈ ਨਾ। ਇੱਥੇ ਪੰਜਾਬੀ ਯੂਨੀਵਰਸਿਟੀ ਹੈ, ਉਹਦੀ ਪਿਛਲੇ ਮਹੀਨੇ ਦੀ ਤਨਖਾਹ ਮਿਲੀ ਨਹੀਂ, ਇਸ ਮਹੀਨੇ ਦੀ ਤਨਖਾਹ ਦਾ ਕੋਈ ਪਤਾ ਨਹੀਂ, ਵਾਈਸ ਚਾਂਸਲਰ ਇੱਥੇ ਆਉਂਦੀ ਨਹੀਂ, ਅਤੇ ਉਹ ਯੂਨੀਵਰਸਿਟੀ ਸਰਕਾਰ ਉਹਦੇ 'ਤੇ ਇੱਕ ਕਮੈਂਟ ਨਹੀਂ ਹੈ, ਇੱਕ ਸਟੇਟਮੈਂਟ ਨਹੀਂ ਹੈ। ਪਿਛਲੇ ਸਮੇਂ 'ਚ ਇੰਨੀਆਂ ਐਜੀਟੇਸ਼ਨ ਚੱਲੀਆਂ, ਅਤੇ ਉਹ ਯੂਨੀਵਰਸਿਟੀ ਦਾ ਵਿੱਤ ਨਾ ਮਿਲਣ ਕਰਕੇ, ਪੈਸੇ ਨਾ ਮਿਲਣ ਕਰਕੇ ਬੁਰਾ ਹਾਲ ਹੈ। ਸੋ ਤੁਸੀਂ ਸੈਂਟਰਲ ਯੂਨੀਵਰਸਿਟੀਆਂ ਹੋਰ ਚਲਾਓ, ਹੋਰ ਬਣਾਉਣ ਨੂੰ ਕਰਨ ਦੀ ਲੋੜ ਹੈ। ਸੋ ਇਹ ਸਾਰਾ ਕੁਛ ਜਿਹੜਾ ਪ੍ਰੋ ਪੀਪਲ ਹੈ, ਪ੍ਰੋ ਪੀਪਲ ਪਾਲਿਸੀ 'ਚ ਕਰਨ ਦੀ ਜ਼ਰੂਰਤ ਹੈ। ਲੇਕਿਨ ਉਹ ਇਸ ਬਜਟ ਦੇ ਵਿੱਚੋਂ ਮਿਸ ਹੈ, ਉਹ ਹੈ ਨਹੀਂ ਗਾ। ਟਵਾਣਾ ਸਾਹਿਬ, ਕਰੋਨਾ ਦੇ ਟਾਈਮ ਦੇ ਵਿੱਚ ਸੈਕਟਰ ਬਾਈ ਸੈਕਟਰ GDP ਥੱਲੇ ਜਾਂਦੀ ਗਈ, ਅਤੇ ਖੇਤੀ ਦੀ ਐਗਰੀਕਲਚਰ ਦੀ 3.4 ਸੀ ਜੋ ਪੋਜ਼ੀਟਿਵ ਸੀ GDP। ਤਾਂ ਫਿਰ ਸਰਕਾਰ ਨੇ ਖੇਤੀ ਦੇ ਜੋ ਦਾਅਵੇ ਕੀਤੇ ਨੇ ਇਸ ਬਜਟ ਦੇ ਵਿੱਚ, ਉਹ ਕਿੰਨੇ ਕੁ ਨੇ? ਜਿਵੇਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਕਿ ਵੀ ਖੇਤੀ ਤਾਂ ਬਜਟ ਦੇ ਦਿਲ ਦੇ ਵਿੱਚ ਹੈ, ਕਿਸਾਨੀ ਦਿਲ ਦੇ ਵਿੱਚ ਹੈ ਬਜਟ ਦੇ, ਅਤੇ ਪਿੰਡ ਵੀ ਸਾਡੇ ਦਿਲ ਦੇ ਵਿੱਚ ਨੇ, ਬਜਟ ਦੇ ਵਿੱਚ ਨੇ। ਅਸੀਂ ਮਜ਼ਬੂਤ ਕਰਾਂਗੇ ਖੇਤੀਬਾੜੀ ਨੂੰ, ਮਜ਼ਬੂਤ ਕਰਾਂਗੇ ਅਸੀਂ, ਅਤੇ ਇਸ ਤੋਂ ਇਲਾਵਾ ਅਸੀਂ ਕਿਸਾਨਾਂ ਨੂੰ ਕਰਜ਼ੇ ਦੇਵਾਂਗੇ। ਇਹ ਸਰਕਾਰ ਨੇ ਬਜਟ ਦੇ ਵਿੱਚ ਰੱਖਿਆ। ਕਰਜ਼ਾ ਤਾਂ ਵੈਸੇ ਤਾਂ ਪਹਿਲਾਂ ਹੀ ਕਰਜ਼ੇ ਕਰਕੇ ਕਿਸਾਨ ਖੁਦਕੁਸ਼ੀਆਂ ਕਰੀ ਜਾਂਦੇ ਨੇ, ਅਤੇ ਕਹਿੰਦੇ ਅਸੀਂ ਹੋਰ ਕਰਜ਼ਾ ਦੇਵਾਂਗੇ ਕਿਸਾਨਾਂ ਨੂੰ, ਅਤੇ ਖੇਤੀਬਾੜੀ ਸੈਕਟਰ ਨੂੰ ਮਜ਼ਬੂਤ ਕੀਤਾ ਜਾਊਗਾ। ਆਮਦਨੀ 2 ਗੁਣਾ ਹੋ ਗਈ। ਆਮਦਨੀ 2 ਗੁਣਾ ਤੋਂ ਗੱਲ ਅੱਗੇ ਕਾਫੀ ਦਿਨ ਪਹਿਲਾਂ ਦੇਸ਼ ਦੇ ਰਾਸ਼ਟਰਪਤੀ ਕੋਵਿੰਦ ਨੇ ਕਿਹਾ ਸੀ ਕਿ ਵੀ 10 ਕਰੋੜ ਵਾਸੀਆਂ ਨੂੰ, ਖੇਤੀ ਕਰਨ ਵਾਲੇ ਕਿਸਾਨਾਂ ਨੂੰ, ਇਹਨਾਂ ਦਾ ਜੋ ਖੇਤੀ ਕਾਨੂੰਨ ਜਿਹਨਾਂ ਦਾ ਵਿਵਾਦ ਚੱਲ ਰਿਹਾ ਨਾ, ਕਾਨੂੰਨਾਂ ਦਾ ਲਾਭ ਮਿਲ ਚੁੱਕਿਆ। ਨਾ ਤਾਂ ਉਹਨਾਂ ਨੇ ਐਂ ਦੱਸਿਆ ਕਿ ਕਿਹੜੇ 10 ਕਰੋੜ ਕਿਸਾਨ ਨੇ ਜਿਹਨਾਂ ਨੂੰ ਆਮਦਨੀ ਦੁੱਗਣੀ ਹੋਈ, ਅਤੇ ਉਹ ਅਤੇ ਕਿਵੇਂ ਆਮਦਨੀ ਦੁੱਗਣੀ ਹੋਈ। ਅਤੇ ਹੁਣ ਇਸ ਬਜਟ ਦੇ ਵਿੱਚ ਕਿਸਾਨੀ 'ਤੇ ਸੈਸ ਲਾਉਣਾ, ਕਹਿਣਾ ਪਿੰਡ ਸਾਡੇ ਦਿਲ ਦੇ ਵਿੱਚ ਹੈ, ਕਿਸਾਨੀ ਸਾਡੇ ਦਿਲ ਦੇ ਵਿੱਚ ਹੈ, ਇਹ ਕਿੰਨੇ ਕੁ ਦਾਅਵੇ ਮਾਇਨੇ ਰੱਖਦੇ ਨੇ? ਦੇਖੋ, ਜਿਹੜੀ ਇਹ ਸਾਰਾ ਕੁਛ ਹੈ ਨਾ, ਇਹ ਭਰਮ ਜਾਲ ਹੀ ਹੈ ਕਿ ਪਿੰਡ ਸਾਡੇ ਦਿਲ 'ਚ ਹੈ, ਕਿਸਾਨੀ ਸਾਡੇ ਦਿਲ 'ਚ ਹੈ। ਗੱਲ ਹੈਗੀ ਆ ਉਹਨਾਂ ਦੀ ਜਿਹੜੀ ਗੱਲ ਸੁਣਨ ਦੀ, ਉਹਨਾਂ ਬਾਰੇ ਕੁਛ ਕਰਨ ਦੀ, ਉਹ ਜਿਹੜਾ ਕਰਨ ਦੀ ਗੱਲ ਹੈ ਨਾ। ਜਿਵੇਂ ਹੁਣ ਤੁਸੀਂ ਆਤਮ ਨਿਰਭਰ, ਇਹਨੂੰ ਕਿਹਾ ਗਿਆ ਇਹ ਆਤਮ ਨਿਰਭਰ ਬਜਟ ਹੈ, ਹਿਸਟੋਰੀਕਲ ਹੈ। ਆਤਮ ਨਿਰਭਰਤਾ ਦਾ ਮਤਲਬ ਕੀ ਹੁੰਦਾ? ਇਹ ਸ਼ਬਦ ਦਾ ਕੋਈ ਸਿਰਾ ਤੁਹਾਡੇ ਹੱਥ ਆਉਂਦਾ ਨਹੀਂ। ਅਸੀਂ ਜਦੋਂ ਗ੍ਰੀਨ ਰੈਵੋਲੂਸ਼ਨ ਹੋਇਆ, ਜਦੋਂ ਸਾਡੇ ਕੋਲ ਕਮੀ ਸੀ ਅਨਾਜ ਦੀ, ਤਾਂ ਅਸੀਂ ਕਿਹਾ ਵੀ ਅਸੀਂ ਅਨਾਜ ਦੀ ਪੈਦਾਵਾਰ 'ਚ ਆਤਮ ਨਿਰਭਰ ਹੋਵਾਂਗੇ। ਤੁਸੀਂ ਇਹ ਕਹੋ ਵੀ ਅਸੀਂ ਸਾਰਿਆਂ ਨੂੰ ਫ੍ਰੀ ਸਿੱਖਿਆ ਦੇ ਦਾਂਗੇ, ਉਹਦੇ 'ਚ ਆਤਮ ਨਿਰਭਰ ਹੋਵਾਂਗੇ। ਅਸੀਂ ਸਾਰਿਆਂ ਦੀ ਆਮਦਨੀ 1 ਲੱਖ ਰੁਪਈਆ ਕਰ ਦਾਂਗੇ ਘੱਟੋ ਘੱਟ, ਫਿਰ ਅਸੀਂ ਉਹਦੇ 'ਚ ਆਤਮ ਨਿਰਭਰ ਹੋਵਾਂਗੇ। ਇਹ ਸ਼ਬਦ ਕੀ ਹੋਇਆ? ਆਤਮ ਨਿਰਭਰ। ਉਹਦਾ ਮਤਲਬ ਹੈ ਕਿ ਅਸੀਂ ਤੁਹਾਡਾ ਕੁਛ ਨਹੀਂ ਜ਼ਿੰਮਾ ਲੈਂਦੇ, ਤੁਸੀਂ ਆਪਣਾ ਕੰਮ ਆਪ ਹੀ ਕਰੋ, ਹੈ ਨਾ। ਤੁਸੀਂ ਜੀਓ, ਤੁਸੀਂ ਰੁਜ਼ਗਾਰ ਤੁਹਾਨੂੰ ਮਿਲਦਾ ਨਹੀਂ ਮਿਲਦਾ, ਤੁਸੀਂ ਜ਼ਿੰਮੇਵਾਰ ਹੋ। ਸਿੱਖਿਆ ਲੈ ਪਾਉਣੇ ਹੋ, ਤੁਸੀਂ ਜ਼ਿੰਮੇਵਾਰ ਹੋ। ਸਿਹਤ ਸੇਵਾਵਾਂ ਮਿਲਦੀਆਂ ਤਾਂ ਤੁਸੀਂ ਜ਼ਿੰਮੇਵਾਰ ਹੋ। ਮਤਲਬ ਆਤਮ ਨਿਰਭਰ, ਇੱਕ ਗਰੀਬ ਬੰਦੇ ਦਾ ਆਤਮ ਨਿਰਭਰ ਹੋਣਾ, ਉਹਦੇ ਲਈ ਰੁਜ਼ਗਾਰ ਚਾਹੀਦਾ, ਉਹਦੇ ਲਈ ਉਹਨੂੰ ਰੋਟੀ ਪਾਣੀ ਚਾਹੀਦਾ, ਉਹਦੇ ਲਈ ਰਹਿਣ ਲਈ ਮਕਾਨ ਚਾਹੀਦਾ, ਇਕੱਲੇ ਛੱਡ ਦੇਣ ਦੇ ਬਰਾਬਰ ਹੈ। ਇੱਕ ਪ੍ਰੋ ਕਾਰਪੋਰੇਟ ਅਦਾਨੀ ਦਾ ਆਤਮ ਨਿਰਭਰ ਹੋਣਾ, ਉਹ ਤਾਂ ਵੈਲਥ ਦੀ ਮਤਲਬ ਕੋਈ ਹੋੜ ਆ, ਉਹਦੇ 'ਤੇ ਰੋਕ ਹੀ ਹੈ ਨਹੀਂ, ਹੈ ਨਾ। ਉਹਦਾ ਮਤਲਬ ਕਿੰਨੇ ਕਿੱਥੇ ਕਿਹੜੀ ਥਾਂ 'ਤੇ ਵਪਾਰ ਕਰਨਾ, ਕਿਹੜੀ ਉਹ ਆਤਮ ਨਿਰਭਰ ਹੋਰ ਹੈ। ਸੋ ਇਹ ਜਿਹੜਾ ਸ਼ਬਦ ਜਾਲ ਹੈ ਨਾ, ਵੀ ਸਾਡੇ ਦਿਲ 'ਚ ਹੈ, ਇਹ ਦਿਲ 'ਚ ਹੈ, ਇਹੀ ਜਾਲ 'ਚ ਲੋਕਾਂ ਨੂੰ ਫਸਾ ਕੇ ਭਰਮਾਇਆ ਜਾ ਰਿਹਾ ਹੈ। ਜੇ ਖੇਤੀ ਦੀ ਅਸੀਂ ਗੱਲ ਕਰੀਏ ਤਾਂ ਖੇਤੀ ਦੇ ਉੱਤੇ ਜਿਹੜਾ ਬਜਟ ਐਲੋਕੇਸ਼ਨ ਹੈ, ਜਿਹੜਾ ਇਸ ਬਜਟ ਦੇ ਵਿੱਚ ਹੈ, ਉਹ ਪਿਛਲੇ ਬਜਟ ਨਾਲੋਂ ਘੱਟ ਹੈ। ਪਿਛਲੇ ਬਜਟ ਨਾਲੋਂ ਮਤਲਬ ਜਿਹੜਾ ਰਿਵਾਈਜ਼ਡ ਐਸਟੀਮੇਟ ਹੈ, ਜਿਹੜਾ ਉਹਦੇ ਤੋਂ ਥੋੜ੍ਹਾ ਜਿਹਾ ਅੱਗੇ ਕਰਾਂਗਾ, 1,54,775 ਕਰੋੜ ਦੀ ਬਜਟ ਐਲੋਕੇਸ਼ਨ ਸੀਗੀ ਪਿਛਲੇ ਬਜਟ 'ਚ। ਹੁਣ ਸਾਰੀ 1,48,301 ਕਰੋੜ ਉਹਦੀ ਹੈ, ਉਹ ਘਟਾਤੀ। ਕਿਉਂ ਘਟਾਈ ਗਈ? ਫਿਰ ਰੂਰਲ ਡਿਵੈਲਪਮੈਂਟ, ਜਿਹੜਾ ਕਹਿੰਦੇ ਪਿੰਡ ਸਾਡੇ ਦਿਲ 'ਚ ਹੈ, ਉਹਦੇ 'ਤੇ ਪਿਛਲੇ ਸਾਲ ਦੇ ਵਿੱਚ ਜਿਹੜਾ ਰਿਵਾਈਜ਼ਡ ਐਸਟੀਮੇਟ ਹੈ, ਉਹਦੇ 2,16,000 ਕਰੋੜ ਰੁਪਈਆ ਲਗਭਗ ਖਰਚ ਹੋਇਆ। ਹੁਣ ਉਹਦੀ ਐਲੋਕੇਸ਼ਨ ਹੈ 1,94,000 ਕਰੋੜ, ਉਹ ਵੀ ਘਟਾਤੀ।
फिर तुसी मार्केट इंटरवेंशन होंदी है MIS है ना कि जे इधर उधर जावे जिमें मध्य प्रदेश या होर थावां में जे MSP ना मिले फिर मार्केट इंटरवेंशन करते हैं फिर उन्होंने प्राइस सपोर्ट स्कीम भी कहते हैं ਉਹਦੀ 2000 ਦੀ ਐਲੋਕੇਸ਼ਨ ਸੀਗੀ ਉਹ 1501 ਕਰੋੜ ਕਰਤੀ ਫਿਰ ਇੰਟਰਸਟ ਸਬਸਿਡੀ ਸੀਗੀ ਛੋਟੇ ਸ਼ਾਰਟ ਟਰਮ ਲੋਨ ਤੇ ਹਾਂਜੀ ਇੰਟਰਸਟ ਸਬਸਿਡੀ ਜਿਹੜੇ 4% ਵੀ 7% ਦਾ ਹੁੰਦਾ ਜੇ ਟਾਈਮ ਤੇ ਭਰਦੇ ਤਾਂ 4% ਮਿਲਦਾ ਉਹ ਜਿਹੜੀ ਸੀਗੀ 21175 ਕਰੋੜ ਦੀ ਐਲੋਕੇਸ਼ਨ ਸੀਗੀ ਉਹ ਘਟਾ ਕੇ 19468 ਕਰੋੜ ਦੀ ਕਰਤੀ ਫਿਰ ਜਿਹੜਾ ਐਗਰੀਕਲਚਰ ਇਨਫਰਾਸਟਰਕਚਰ ਫੰਡ ਸੀਗਾ ਜਿਹਨੂੰ ਅਸੀਂ ਕਹਿੰਦੇ 1 ਲੱਖ ਕਰੋੜ ਰੁਪਈਆ ਖਰਚਾ ਜਾਊਗਾ ਇਹ ਸਟੇਟਮੈਂਟ ਸੀਗੀ ਸਿਰਫ 208 ਕਰੋੜ ਖਰਚਿਆ ਗਿਆ ਹੁਣ ਐਲੋਕੇਸ਼ਨ 900 ਕਰੋੜ ਹੈ ਫਰਟੀਲਾਈਜ਼ਰ ਦੀ ਸਬਸਿਡੀ ਘੱਟ ਕਰਤੀ ਯੂਰੀਏ ਦੀ ਸਬਸਿਡੀ ਘੱਟ ਕਰਤੀ ਹੈ ਜੀ ਪ੍ਰਧਾਨ ਮੰਤਰੀ ਜਿਹੜੀ ਕਿਸਾਨ ਸਨਮਾਨ ਯੋਜਨਾ ਚੱਲਦੀ ਹੈ ਜਿਹੜਾ 6000 ਰੁਪਈਆ ਇੱਕ ਸਾਲ 'ਚ 2-2000 ਪਾ ਕੇ ਕਰਦੇ ਆ ਉਹ ਹੈ ਨਾ 4 ਮਹੀਨਿਆਂ ਬਾਅਦ ਉਹਦਾ ਜਿਹੜੀ ਬਜਟ ਐਲੋਕੇਸ਼ਨ 75000 ਕਰੋੜ ਦੀ ਸੀਗੀ ਹੁਣ ਉਹ 65000 ਕਰੋੜ ਦੀ ਕਰਤੀ 10000 ਕਰੋੜ ਘਟਾ ਕੇ ਜਦੋਂ ਕਿ ਸਾਰੇ ਛੋਟੇ ਕਿਸਾਨਾਂ ਤੱਕ ਪਹੁੰਚ ਹੋਈ ਨਹੀਂ ਸਰਕਾਰ ਦੀ ਸੋ ਜੇ ਇਹ ਸਾਰਾ ਕੁਝ ਹੈਗਾ ਹਾਂਜੀ ਤਾਂ ਫਿਰ ਉਹ ਕਿੱਥੇ ਆਈ ਕਿੱਥੇ ਤੁਹਾਡਾ ਕਿੱਥੇ ਕਿਸਾਨ ਤੁਹਾਡੇ ਦਿਲ 'ਚ ਹੈ ਕਿੱਥੇ ਜਿਹੜੀ ਪੇਂਡੂ ਏਰੀਆ ਉਹ ਆਪਣੇ ਦਿਲ 'ਚ ਹੈ ਨਾ ਉਹ ਰਿਫਲੈਕਟ ਵੀ ਹੋਣਾ ਚਾਹੀਦਾ ਨਾ ਉਹ ਇਕੱਲੀ ਗੱਲ ਨਹੀਂ ਨਾ ਹੋਣੀ ਚਾਹੀਦੀ ਇਸੇ ਤਰ੍ਹਾਂ MSP ਬਾਰੇ ਆਇਆ ਕਿ ਜੀ ਅਸੀਂ 1.5 ਗੁਣਾ ਜਿਹੜੀ ਹੈ ਨਾ MSP ਦਿੱਤੀ MSP ਦੇ ਵਿੱਚ ਲਗਾਤਾਰ ਕਾਸਟਾਂ ਵੱਧ ਰਹੀਆਂ ਤੇਲ ਦੀਆਂ ਉਹਦੀਆਂ ਫਰਟੀਲਾਈਜ਼ਰ ਦੀਆਂ ਹੋਰ ਜਿਹੜਾ ਵੱਧ ਰਿਹਾ ਸਾਰਾ ਕੁਛ ਉਸ ਦੇ ਲਈ MSP ਇਹ ਨਹੀਂ ਦੱਸਿਆ ਜਾ ਰਿਹਾ ਵੀ A2+ ਫੈਮਿਲੀ ਲੇਬਰ 'ਤੇ ਦੇ ਰਹੇ ਹੋ ਜਦੋਂ ਕਿ C2 ਤੇ 50% ਚਾਹੀਦਾ ਜੇ ਉਹ ਦੋ ਤਾਂ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ ਫਿਰ ਇਸ ਬਜਟ ਦੇ ਵਿੱਚ ਇੱਕ ਹੋਰ ਭਰਮ ਭੁਲੇਖਾ ਇਹ ਪਾਇਆ ਗਿਆ ਕਿ ਅਸੀਂ ਕਣਕ ਖਰੀਦੀ MSP ਤੇ 75000 ਕਰੋੜ ਦੀ ਇਹ ਸਰਕਾਰ ਨੇ ਡਾਇਰੈਕਟਲੀ ਥੋੜ੍ਹਾ ਖਰੀਦੀ ਹੈ ਉਹ ਤਾਂ FCI ਨੇ ਖਰੀਦੀ ਹੈ ਉਹ ਤਾਂ ਫੂਡ ਸਿਕਿਉਰਿਟੀ ਐਕਟ ਦੇ ਅੰਡਰ ਤੁਹਾਨੂੰ ਕਰਨਾ ਪੈਂਦਾ ਸੋ ਉਹਦੇ ਵਿੱਚ ਤੁਹਾਨੂੰ ਲੋਨ ਹੁੰਦਾ ਉਹਦਾ ਉਹ ਲੋਨ ਦਿੰਦੀ ਹੈ ਸਰਕਾਰ ਕਿਉਂਕਿ ਕਣਕ ਜਦੋਂ ਵਿਕ ਗਈ ਪੈਸੇ ਆ ਗਏ ਉਹ ਵਾਪਸ ਆ ਜਾਂਦੇ ਆ 75000 ਕਰੋੜ ਇੱਕ ਵਨ ਟਾਈਮ ਖਰਚਾ ਥੋੜ੍ਹਾ ਹੋਇਆ ਜਦੋਂ ਤੁਸੀਂ ਕਣਕ ਖਰੀਦ ਲਈ ਉਹਨੂੰ PDS ਰਾਹੀਂ ਵੰਡੋਗੇ ਉਹਦੇ 'ਚ ਇੱਕ ਸਕੀਮ ਹੈ ਸਬਸਿਡੀ ਦੇ ਕੇ ਪਾਓਗੇ ਫਿਰ ਉਹ ਪੈਸੇ ਵਾਪਸ ਵੀ ਆਉਂਦੇ ਆ ਹੈ ਨਾ ਉਹ ਜਿਹੜਾ ਇੱਕ ਕਿਸਮ ਦਾ ਭਰਮ ਭੁਲੇਖਾ ਸੋ ਐਗਰੀਕਲਚਰ ਦੇ ਬਾਰੇ 'ਚ ਜਿਹੜੇ ਫਿਰ ਕਾਨੂੰਨ ਦੀ ਗੱਲ ਆਪਾਂ ਕਰਦੇ ਹਾਂ ਵੀ ਕਾਨੂੰਨਾਂ ਬਾਰੇ ਫਿਰ ਬਜਟ 'ਚ ਕਿਹਾ ਗਿਆ ਅਸੀਂ ਨਵੀਆਂ ਅਪਰਚੁਨਿਟੀਜ਼ ਖੋਲ੍ਹਤੀਆਂ ਹੋਰ ਖੋਲ੍ਹਤੀਆਂ ਲੇਕਿਨ ਖੇਤੀਬਾੜੀ ਨੂੰ ਠੀਕ ਠਾਕ ਕਰਨ ਲਈ ਜਿੰਨਾ ਕੁਛ ਚਾਹੀਦਾ ਕੋਆਪਰੇਟਿਵ ਖੇਤੀ ਲਈ ਚਾਹੀਦਾ ਇਨਫਰਾਸਟਰਕਚਰ ਲਈ ਚਾਹੀਦਾ ਹੋਰ ਲਈ ਚਾਹੀਦਾ ਉਹ ਹੈ ਨਹੀਂ ਲੇਕਿਨ ਇਹਦੇ 'ਚ ਕਿ ਐਗਰੀਕਲਚਰ ਇਨਫਰਾਸਟਰਕਚਰ ਸੈਸ ਲਾਤਾ ਇੱਕ ਤਾਂ ਐਗਰੀਕਲਚਰ ਡਿਵੈਲਪਮੈਂਟ ਜਿਹੜਾ ਸੈਸ ਲਾਤਾ ਜਿਹੜਾ ਡੀਜ਼ਲ ਤੇ ਪੈਟਰੋਲ ਤੇ ਲਾਤਾ 2.5 ਰੁਪਏ ਪੈਟਰੋਲ ਤੇ ਲਾਤਾ 4 ਰੁਪਏ ਡੀਜ਼ਲ ਤੇ ਲਾਤਾ ਉਹ ਕਹਿੰਦੇ ਜੀ ਐਕਸਾਈਜ਼ ਡਿਊਟੀ ਘਟਾ ਦਿਆਂਗੇ ਤੇ ਉਹਦੇ ਕਰਕੇ ਇਹ ਵਾਧਾ ਨਹੀਂ ਹੋਊਗਾ ਲੇਕਿਨ ਤੇਲ ਤਾਂ ਵਧੀ ਜਾ ਰਿਹਾ ਉਹ ਤਾਂ ਆਲਰੇਡੀ ਪਹਿਲਾਂ ਹੀ ਇਹਦੇ ਲਾਉਣ ਦੀ ਕਿ ਤੁਸੀਂ ਸੈਸ ਘਟਾ ਦਿੰਦੇ ਇਹ ਨਾ ਲਾਉਂਦੇ ਤਾਂ ਉਹਨਾਂ ਨੂੰ ਕੋਈ ਰਿਲੀਫ ਮਿਲਦੀ ਕਿਸਾਨੀ ਨੂੰ ਬਹੁਤ ਵੱਡਾ ਖਰਚਾ ਡੀਜ਼ਲ ਦਾ ਉਹਦੇ 'ਚ ਖੇਤੀ 'ਚ ਤੇ ਜਿਹੜੀ ਐਗਰੀਕਲਚਰ ਇਨਫਰਾਸਟਰਕਚਰ ਹੈ ਉਹਦੇ ਤੁਸੀਂ ਮਤਲਬ ਮਸਰ ਦੀ ਦਾਲ ਤੇ ਚਣੇ ਤੇ ਹਾਂਜੀ ਪਾਮ ਆਇਲ ਤੇ ਉਹਦੇ ਤੇ ਤੁਸੀਂ ਸੈਸ ਲਾ ਦਿਓ ਉਹ ਤਾਂ ਅਲਟੀਮੇਟਲੀ ਜਿਹੜਾ ਗਰੀਬ ਬੰਦਾ ਜ਼ਿਆਦਾਤਰ ਉਹਨੂੰ ਮਹਿੰਗਾ ਪੈਣਾ ਨਾ ਉਹਨੂੰ ਦੇਣਾ ਪੈਣਾ ਹੈ ਨਾ ਉਹ ਜੇ ਦਊਗਾ ਉਹ ਹੋਰ ਮੁਸ਼ਕਿਲ 'ਚ ਆਏਗਾ ਹੈ ਨਾ ਇੱਕ ਟਵਾਣਾ ਸਾਹਿਬ ਜੋ ਇਹ 6000 ਰੁਪਈਆ ਪਾਇਆ ਜਾਂਦਾ ਸੀ ਸੈਂਟਰ ਸਰਕਾਰ ਵੱਲੋਂ ਕਿਸਾਨਾਂ ਦੀ PM ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਉਹਦਾ 75000 ਕਰੋੜ ਸੀ ਪਹਿਲਾਂ ਉਹ ਵੀ ਹੁਣ ਘਟਾ ਕੇ 65000 ਕਰੋੜ ਰੱਖਤਾ ਉਹਦੇ ਬਾਰੇ ਵੀ ਥੋੜ੍ਹਾ ਸਾਨੂੰ ਵਿਸਥਾਰ ਨਾਲ ਦੱਸਿਓ ਦੇਖੋ ਉਹ ਹੈਗਾ ਕਿ ਜਿਹੜੇ ਛੋਟੇ ਕਿਸਾਨ ਹੈ ਉਹਨਾਂ ਲਈ ਉਹ ਸਕੀਮ ਹੈ ਤੇ ਜਿਹੜੇ 86% ਹੈ ਉਹ ਛੋਟੇ ਕਿਸਾਨ ਆ 5 ਏਕੜ ਤੋਂ ਘੱਟ ਵਾਲੇ ਆ ਉਹਨਾਂ ਦਾ ਸਾਰਿਆਂ ਨੂੰ ਉਹ ਮਿਲਦਾ ਨਹੀਂ ਹਾਲ ਤੱਕ ਕਿਉਂਕਿ ਉਹਨਾਂ ਨੂੰ ਲੱਭਣਾ ਉਹਨਾਂ ਨੂੰ ਔਨ ਰਿਕਾਰਡ ਲਿਆਉਣਾ ਫਿਰ ਉਹਨਾਂ ਨੂੰ ਪੈਸੇ ਦੇਣੇ ਇਹਦੇ ਲਈ ਬਹੁਤ ਵੱਡੀ ਐਫਰਟ ਚਾਹੀਦੀ ਹੈ 75000 ਕਰੋੜ ਪਿਛਲੇ ਸਾਲ ਰੱਖਿਆ ਗਿਆ 65000 ਕਰੋੜ ਖਰਚਿਆ ਗਿਆ ਇਸ ਸਾਲ ਵੀ 65000 ਕਰੋੜ ਹੀ ਰੱਖਿਆ ਗਿਆ ਇਹਦਾ ਮਤਲਬ ਜਿੰਨਿਆਂ ਨੂੰ ਦਿੱਤਾ ਗਿਆ ਬਸ ਉਹਨਾਂ ਨੂੰ ਹੀ ਦੇਵੋਗੇ ਨਾ ਜਿਹੜੇ ਰਹਿ ਗਏ ਉਹਨਾਂ ਨੂੰ ਕੌਣ ਦਊਗਾ ਮਤਲਬ ਉਹ ਸਗੋਂ ਹੋਰ ਖਰਚਾ ਜਿਹੜਾ ਹੋਣਾ ਉਹਦਾ ਹੋਰ ਖਰਚਾ ਹੋ ਗਏ ਉਹ 'ਚ ਜੇ 11 ਕਰੋੜ ਦੇ ਕਰੀਬ ਫਾਰਮਰ ਨੇ ਜੇ 86% ਹੈ ਤਾਂ ਮਤਲਬ 9 ਕਰੋੜ ਦੇ ਕਰੀਬ ਹੈ ਉਹ ਤੇ ਜੇ ਉਹਨਾਂ ਨੂੰ ਸਾਰਿਆਂ ਨੂੰ ਕਵਰ ਕਰੋ ਉਹਦੇ ਲਈ ਬਹੁਤ ਵੱਡਾ ਪੈਸਾ ਚਾਹੀਦਾ ਲੇਕਿਨ ਇਹਦੇ 'ਚ ਤਾਂ ਵਧਾਇਆ ਹੀ ਨਹੀਂ ਗਿਆ ਉਹ ਤਾਂ ਨਾਲੇ ਕਲੇਮ ਕਰ ਰਹੇ ਹੋ ਤੁਸੀਂ ਬਹੁਤ ਵੱਡੀ ਸਕੀਮ ਹੈ ਲੇਕਿਨ ਉਹਦੇ 'ਚ ਵੀ ਨਹੀਂ ਹੈ ਨਾ
ਸੋ ਇਸ ਲਈ ਮਤਲਬ ਖੇਤੀਬਾੜੀ ਦੇ ਵਿੱਚ ਇਰੀਗੇਸ਼ਨ, ਨਵੀਂ ਟੈਕਨੋਲੋਜੀ ਜਾਂ ਪਾਣੀ, ਫਸਲਾਂ ਦਾ ਜਿਹੜਾ ਡਾਇਵਰਸੀਫਿਕੇਸ਼ਨ, MSP ਠੀਕ ਦੇਣੀ ਤੇ ਲੌਂਗ ਟਰਮ ਕਰਜ਼ੇ ਜਿਹੜੇ ਹੈ ਉਹ ਸਸਤੇ ਕਰਨੇ, ਬਹੁਤ ਕੁਛ ਆ ਜਿਹੜਾ ਕਰਨ ਵਾਲਾ। ਉਹਦੇ ਬਾਰੇ 'ਚ ਤਾਂ ਕੁਛ ਨਹੀਂ ਹੈ। ਨਵੇਂ ਕਾਨੂੰਨ ਤੇ ਕਿਸਾਨ ਬੈਠੇ ਹੈ, ਉਹਨੂੰ ਰੋਕਣ ਦੀ ਹੈ। MSP ਸਭ ਨੂੰ ਅਸ਼ੋਰ ਕਰਨ ਦੀ ਗੱਲ ਹੈ, ਗਰੰਟੀ ਕਰਨ ਦੀ ਗੱਲ ਹੈ, ਉਹਦੀ ਤਾਂ ਗੱਲ ਹੀ ਨਹੀਂ ਹੋਈ ਇਹਦੇ 'ਚ। ਜੀ ਟਵਾਣਾ ਸਾਹਿਬ, ਜਿਵੇਂ ਖੇਤੀ ਅੰਦੋਲਨ ਚੱਲਦਾ ਕਿ ਕਿਸ ਖੇਤੀ ਅੰਦੋਲਨ ਕਰਕੇ ਖੇਤੀ ਅੰਦੋਲਨ ਇਹ ਕਾਰਪੋਰੇਟ ਹਾਊਸ ਦੇ ਖਿਲਾਫ ਹੈ। ਕਿਸਾਨਾਂ ਦਾ ਕਹਿਣਾ ਕਿ ਵੀ ਸਾਡੀਆਂ ਜ਼ਮੀਨਾਂ ਚਲੀਆਂ ਜਾਣਗੀਆਂ, ਇੱਥੇ ਕਲਸਟਰ ਬਣਾ ਕੇ ਉਦਯੋਗਪਤੀ ਖੇਤੀ ਕਰਨਗੇ। ਇਸ ਲਈ ਅਸੀਂ ਸੰਘਰਸ਼ ਕਰ ਰਹੇ ਹਾਂ। MSP ਨੂੰ ਅਸੀਂ ਅੰਡਰ ਕੌਂਸਟੀਟਿਊਸ਼ਨ ਚਾਹੁੰਦੇ ਹਾਂ ਕਿ MSP ਦਾ ਕਾਨੂੰਨ ਬਣੇ। ਤਾਂ ਫਿਰ ਜਿਵੇਂ ਇੱਕ ਆਸ ਸੀ ਵੀ ਕਿਸਾਨੀ ਸੰਘਰਸ਼ ਸਿਖਰ ਉੱਤੇ ਹੈ ਕਿ ਕਿਸਾਨਾਂ ਲਈ ਕੁਝ ਨਵਾਂ ਨਿਕਲ ਕੇ ਆ ਸਕਦਾ, ਅਤੇ ਦੂਜੇ ਪਾਸੇ ਜਦੋਂ ਆਪਾਂ ਅਖਬਾਰਾਂ ਦੇ, ਬੁੱਧੀਜੀਵੀਆਂ ਦੇ, ਹੋਰ ਸਿਆਸੀ ਆਗੂਆਂ ਦੇ ਬਿਆਨ ਪੜ੍ਹਦੇ ਹਾਂ, ਉਹਨਾਂ ਦਾ ਕਹਿਣਾ ਕਿ ਇਹ ਬਜਟ ਕਾਰਪੋਰੇਟ ਹਾਊਸ ਦੇ ਪੱਖ ਵੱਲ ਭੁਗਤਦਾ, ਅਤੇ ਜੋ ਖੇਤੀ ਅੰਦੋਲਨ ਹੈ ਇਹ ਵੀ ਇਸੇ ਚੀਜ਼ ਦੇ ਖਿਲਾਫ ਹੈ। ਤਾਂ ਫਿਰ ਸਰਕਾਰ ਨੂੰ ਇਸ ਐਡੇ ਵੱਡੇ ਅੰਦੋਲਨ ਦਾ ਕੋਈ ਫਰਕ ਨਹੀਂ? ਦੇਖੋ, ਇਸ ਬਜਟ ਤੋਂ ਇਹੀ ਪਤਾ ਲੱਗਦਾ ਕਿ ਪੂਰਾ ਬਹੁਤ ਵੱਡੀ ਸਪੀਡ ਵਾਲਾ ਨਿੱਜੀਕਰਨ ਪ੍ਰੋ ਕਾਰਪੋਰੇਟ ਬਜਟ ਹੈ, ਉਹਨਾਂ ਨੂੰ ਪੂਰਾ ਫਾਇਦਾ ਪਹੁੰਚਾਉਣ ਵਾਲਾ ਬਜਟ ਹੈ। ਇਹਦਾ ਮਤਲਬ ਇਹੀ ਹੋਇਆ ਕਿ ਇੰਨੇ ਲੋਕ ਜਿਹੜੇ ਹੈ ਨਾ, ਕਰੋੜਾਂ ਲੋਕ ਜਿਹੜੇ ਇਹਦੀ ਵਿਰੋਧਤਾ ਕਰਦੇ ਆ, ਜਿਹੜੇ ਮੰਗ ਕਰਦੇ ਆ ਵੀ ਇਹ ਛੱਡ ਦਿਓ ਪ੍ਰੋ ਕਾਰਪੋਰੇਟ, ਇਹ ਸਾਨੂੰ ਨੁਕਸਾਨ ਕਰ ਰਹੇ ਆ, ਸਾਰਾ ਕੁਝ ਖਾ ਗਏ, ਉਹਨਾਂ ਦਾ ਰੁਜ਼ਗਾਰ ਵੀ ਖਾ ਗਏ, ਸਿੱਖਿਆ ਵੀ ਖਾ ਗਏ, ਸਿਹਤ ਵੀ ਖਾ ਗਏ, ਟਰਾਂਸਪੋਰਟ ਵੀ ਕਬਜ਼ੇ 'ਚ ਕਰ ਲਈ, ਰੇਲਵੇ ਵੀ ਕਬਜ਼ੇ 'ਚ ਕਰ ਲਈ, ਏਅਰਪੋਰਟ ਵੀ ਕਬਜ਼ੇ 'ਚ ਕਰ ਲਈਆਂ ਉਹਨਾਂ ਨੇ, ਅਤੇ ਅੱਗੇ ਤੁਸੀਂ ਪੋਰਟ ਅਤੇ ਨੈਸ਼ਨਲ ਹਾਈਵੇ ਵੀ ਉਹਨਾਂ ਨੂੰ ਦੇਤੀਆਂ। ਸੋ ਉਹ ਸਾਰੇ ਕਾਸੇ ਦੇ ਨੂੰ ਰੋਕਣ ਲਈ ਤੁਸੀਂ ਪ੍ਰੋ ਪੀਪਲ ਚਲਾਓ। ਲੇਕਿਨ ਇਹ ਬਜਟ ਉਹ ਪ੍ਰੋ ਪੀਪਲ ਪਾਲਿਸੀਜ਼ ਤੋਂ ਹਟ ਕੇ ਪ੍ਰੋ ਕਾਰਪੋਰੇਟ ਵੱਲ ਹੀ ਇਹਦਾ ਪੂਰਾ ਝੁਕਾਅ ਹੈਗਾ। ਇਹਦਾ ਮਤਲਬ ਸਰਕਾਰ ਇਸ ਗੱਲ 'ਤੇ ਬੌਦਰ ਹੀ ਨਹੀਂ ਕਰ ਰਹੀ ਕਿ ਲੋਕਾਂ ਦੇ ਫਾਇਦੇ ਲਈ ਉਹਨਾਂ ਨੂੰ ਰੁਜ਼ਗਾਰ, ਉਹਨਾਂ ਦੀ ਇਨਕਮ, ਜਦੋਂ ਸਾਡਾ ਹੁਣ ਕੋਈ ਘੱਟੋ ਘੱਟ 10-11 ਲੱਖ ਕਰੋੜ ਦੀ ਪੈਦਾਵਾਰ ਘਟਣੀ ਹੈ ਇਸ ਸਾਲ 'ਚ। ਇਹਦਾ ਮਤਲਬ ਆਮ ਲੋਕਾਂ ਦੇ, ਜਦੋਂ ਮੈਂ ਤੁਹਾਨੂੰ ਕਿਹਾ ਪ੍ਰੋ ਕਾਰਪੋਰੇਟ ਦਾ ਵੈਲਥ ਵਧੀਆ, ਅਤੇ ਅੱਗੇ ਵੀ ਹੈ ਨਾ, ਦੇਖੋ ਵੈਲਥ ਤੁਸੀਂ ਜਿੰਨੀ ਮਰਜ਼ੀ ਚਾਹੇ 1 ਅਰਬ ਕਰੋੜ ਕਰ ਲਓ, ਉਹਦੇ 'ਤੇ ਕੋਈ ਉਹ ਹੈ ਨਹੀਂ ਗਾ, ਕੋਈ ਰੋਕ ਨਹੀਂ। ਕਿਸੇ ਦੀ 1 ਸਾਲ 'ਚ ਕਿੰਨੀ ਇਨਕਮ ਕਿਸੇ ਕਾਰਪੋਰੇਟ ਦੀ ਹੋ ਸਕਦੀ ਹੈ, ਕੋਈ ਰੋਕ ਨਹੀਂ, ਕੋਈ ਲਿਮਿਟ ਨਹੀਂ। ਲੇਕਿਨ ਇੱਕ ਬੰਦੇ ਨੂੰ ਮਿਨੀਮਮ ਇਨਕਮ ਚਾਹੀਦੀ ਹੈ, ਉਹਦਾ ਕੋਈ ਪ੍ਰਾਵਧਾਨ ਨਹੀਂ, ਉਹਦੇ ਕੋਈ ਬਣ ਨਹੀਂ ਰਿਹਾ। ਸੋ ਇਸ ਲਈ ਇਹ ਜਿਹੜਾ ਬਜਟ ਹੈ ਉਹਦੇ 'ਚ ਪੂਰਾ ਨਿਖਰ ਕੇ ਸਾਹਮਣੇ ਆਉਂਦਾ ਕਿ ਇਹ ਪੂਰਾ ਪ੍ਰੋ ਕਾਰਪੋਰੇਟ ਹੈ, ਜਿਹਦੇ 'ਚੋਂ ਆਮ ਲੋਕਾਂ ਨੂੰ ਰੁਜ਼ਗਾਰ ਮਿਲੇ, ਉਹਨਾਂ ਦੀ ਇਨਕਮ ਵਧੇ, ਉਹਨਾਂ ਦੇ ਬਿਜ਼ਨਸ ਚੱਲਣ, ਉਹਨਾਂ ਦਾ ਕਾਰੋਬਾਰ ਚੱਲੇ, ਉਹ ਇਹਦੇ 'ਚੋਂ ਨਹੀਂ ਝਲਕਦਾ। ਜੀ, ਇੱਕ ਟਵਾਣਾ ਸਾਹਿਬ, ਖੇਤੀਬਾੜੀ ਮੰਤਰੀ ਦਾ ਬਿਆਨ ਹੈ ਕਿ ਬਜਟ ਨਾਲ ਖੇਤੀਬਾੜੀ ਕਾਨੂੰਨ ਬਾਰੇ ਜੋ ਖਦਸ਼ੇ ਨੇ, ਜੋ ਭੁਲੇਖੇ ਨੇ, ਨਰਿੰਦਰ ਸਿੰਘ ਤੋਮਰ ਦਾ ਇਹ ਬਿਆਨ ਹੈ ਕਿ ਉਹ ਸਾਰੇ ਦੂਰ ਹੋ ਜਾਣਗੇ। ਇਹ ਮੰਤਰੀ ਸਾਹਿਬ ਕਿਹੜੇ ਖਦਸ਼ੇ ਦੂਰ ਕਰਨਾ ਚਾਹੁੰਦੇ ਨੇ? ਤੁਸੀਂ ਮਤਲਬ ਖਦਸ਼ੇ 11 ਮੀਟਿੰਗਾਂ ਕਰ ਲਈਆਂ, ਉਹ ਤੁਹਾਡੇ ਤੋਂ ਕਿਸਾਨਾਂ ਨਾਲ ਉੱਥੇ ਦੂਰ ਨਹੀਂ ਹੋਏ। ਫਿਰ ਤੁਸੀਂ ਮਤਲਬ ਇੰਨੇ ਲੋਕ ਸਾਰੇ ਕਿਤੇ ਜਿਹੜੀਆਂ ਉਹਦੇ 'ਚ ਖੇਤ ਮਜ਼ਦੂਰ ਵੀ ਹੈ, ਉਹਦੇ ਕਿਸਾਨ ਵੀ ਹੈ, ਉਹਦੇ 'ਚ ਆਮ ਲੋਕ ਵੀ ਹੈ, ਉਹਦੇ 'ਚ ਆਮ ਸ਼ਹਿਰੀ ਵੀ ਹੈ, ਉਹ ਸਾਰੇ ਕਹਿ ਰਹੇ ਹੈ ਉੱਥੇ ਦੂਰ ਨਹੀਂ ਹੋਏ। ਇਸ ਬਜਟ ਦੇ ਰਾਹੀਂ ਕਿਵੇਂ ਦੂਰ ਹੋ ਗਏ, ਕਿਹੜੇ ਬੇਸ 'ਤੇ ਸਟੇਟਮੈਂਟ ਦਿੱਤੀ ਜਾ ਰਹੀ ਹੈ, ਮੇਰੀ ਸਮਝ ਤੋਂ ਬਾਹਰ ਹੈ। ਕਿਉਂਕਿ ਮੈਂ ਤੁਹਾਨੂੰ ਖੇਤੀਬਾੜੀ ਦਾ ਬਜਟ ਘਟਾਉਣ ਬਾਰੇ, ਜਿਹੜੀ ਫਰਟੀਲਾਈਜ਼ਰ ਸਬਸਿਡੀ ਉਹ ਘਟਾਉਣ ਬਾਰੇ, ਯੂਰੀਆ ਦੀ ਸਬਸਿਡੀ ਘਟਾਉਣ ਬਾਰੇ, ਇਹ ਕਿਸਾਨ ਵਾਲਾ ਬਜਟ ਜਿਹੜਾ ਉਹ ਮਤਲਬ 75 ਤੋਂ 65 ਹਜ਼ਾਰ ਕਰਨ ਬਾਰੇ, ਇਹ ਸਾਰਾ ਕੁਛ ਦੱਸ ਚੁੱਕਿਆ। ਅਤੇ ਉਹਦੇ ਤੋਂ ਭੁਲੇਖੇ ਮੇਰਾ ਖਿਆਲ ਹੋਰ ਪੱਕਾ ਹੋ ਗਿਆ ਵੀ ਸਰਕਾਰ ਨੇ ਪ੍ਰੋ ਕਾਰਪੋਰੇਟ ਹੈ ਨਾ ਇਹ ਏਜੰਡਾ ਆਪਣਾ ਲਾਗੂ ਕਰਨ ਦਾ ਤਹਈਆ ਕੀਤਾ ਵਾ। ਆਮ ਲੋਕਾਂ ਦੀ, ਕਿਸਾਨਾਂ ਦੀ ਆਵਾਜ਼ ਨਾ ਸੁਣਨ ਦਾ ਮਤਲਬ ਇੱਕ ਫੈਸਲਾ ਹੀ ਕਰ ਲਿਆ ਵੀ ਅਸੀਂ ਸੁਣਨੀ ਉਹਨੂੰ, ਜੋ ਮਰਜ਼ੀ ਕਹੋ। ਅਤੇ ਟਵਾਣਾ ਸਾਹਿਬ, ਇੱਕ ਮੈਂ ਪਹਿਲਾਂ ਵੀ ਸਵਾਲ ਕੀਤਾ ਸੀ ਅਤੇ ਹੁਣ ਵੀ ਕਿ ਦੇਸ਼ ਦੇ ਰਾਸ਼ਟਰਪਤੀ ਵੱਡੀ ਪੋਸਟ ਹੈ, ਸੰਵਿਧਾਨਕ ਪੋਸਟ ਹੈ, ਉਹ ਸਭ ਦੇ ਸਾਂਝੇ ਹੁੰਦੇ ਰਾਸ਼ਟਰਪਤੀ, ਉਹਨਾਂ ਦਾ ਇੱਕ ਸਰਕਾਰ ਪ੍ਰਤੀ ਕਾਨੂੰਨਾਂ ਦਾ ਪੱਖ ਪੂਰਨਾ ਕਿੰਨਾ ਕੁ ਜਾਇਜ਼ ਹੈ? ਕਿ ਉਹਨਾਂ ਦਾ ਕਹਿਣਾ ਕਿ ਵੀ 10 ਕਰੋੜ ਕਿਸਾਨਾਂ ਨੂੰ ਇਹਨਾਂ ਖੇਤੀ ਕਾਨੂੰਨਾਂ ਦਾ ਫਾਇਦਾ ਮਿਲ ਚੁੱਕਿਆ। ਫਿਲਹਾਲ ਉਹਨੇ ਦੱਸਿਆ ਕਿ ਕਿਹੜੇ ਕਿਸਾਨਾਂ ਨੂੰ ਫਾਇਦਾ ਮਿਲ ਚੁੱਕਿਆ ਅਤੇ ਕੀ ਫਾਇਦਾ ਮਿਲਿਆ, ਪਰ ਇਹ ਕਿਤੇ ਨਾ ਕਿਤੇ ਇਹ ਕਿੰਨਾ ਕੁ ਵਾਜਿਬ ਹੈ ਇੱਕ ਸਰਕਾਰ ਦੇ ਪੱਖ ਵਿੱਚ ਖੜਨਾ ਦੇਸ਼ ਦੇ ਰਾਸ਼ਟਰਪਤੀ ਦਾ? ਦੇਖੋ, ਪਹਿਲਾਂ ਤਾਂ ਜਿਹੜਾ ਰਾਸ਼ਟਰਪਤੀ ਦਾ ਭਾਸ਼ਣ ਹੁੰਦਾ ਉਹ ਸਰਕਾਰ ਦਾ ਹੀ ਭਾਸ਼ਣ ਹੁੰਦਾ। ਰਾਸ਼ਟਰਪਤੀ ਆਪਣਾ ਭਾਸ਼ਣ ਨਹੀਂ ਦਿੰਦਾ, ਸਰਕਾਰ ਉਹਨੂੰ ਲਿਖ ਕੇ ਦਿੰਦੀ ਹੈ, ਉਹ ਬੋਲਦਾ। ਅਤੇ ਉਹ ਬੋਲਦੇ ਹੋਏ ਵੀ ਰਾਸ਼ਟਰਪਤੀ ਸਾਹਿਬ ਇਹੀ ਕਹਿੰਦੇ ਹੈ ਕਿ ਮੇਰੀ ਸਰਕਾਰ ਹੈ ਨਾ, ਇਹਦਾ ਮਤਲਬ ਤੁਸੀਂ ਓਨ ਕਰਦੇ ਹੋ।
ਇਸ ਲਈ ਇਹ ਕਿ ਇਹ ਰਾਸ਼ਟਰਪਤੀ ਦਾ ਭਾਸ਼ਣ, ਉਹਨੂੰ ਕਿਹਾ ਜਾਂਦਾ ਰਾਸ਼ਟਰਪਤੀ ਦਾ ਭਾਸ਼ਣ ਹੀ, ਲੇਕਿਨ ਇਹ ਸਰਕਾਰ ਦਾ ਭਾਸ਼ਣ ਹੁੰਦਾ ਹੈ ਨਾ। ਸਰਕਾਰ ਭਾਸ਼ਣ ਲਿਖ ਕੇ ਦਿੰਦੀ ਹੈ ਤੇ ਉਹ ਬੋਲਦੇ ਆ। ਹੁਣ ਇਹ ਜਿਹੜੇ ਅੰਕੜੇ ਸਰਕਾਰ ਵੱਲੋਂ ਰਾਸ਼ਟਰਪਤੀ ਨੂੰ ਦਿੱਤੇ ਗਏ, ਉਹ ਜਿਹੜੇ 10,000 ਜਿਹੜੇ ਫਾਰਮਰ ਹੈ, ਫਾਰਮਰ ਤਾਂ ਹੈਗੇ ਆ 11 ਕਰੋੜ, ਇੰਡੀਆ 'ਚ 11 ਕਰੋੜ ਤੋਂ ਹੀ ਵੱਧ ਹੈ। ਇਹ ਕਿਸਾਨ ਤੁਸੀਂ 10,000 ਦੇ ਬੇਸ 'ਤੇ ਇਹ ਗੱਲ ਕਹਿ ਰਹੇ ਹੋ। ਅਤੇ ਦੂਜਾ 10,000 ਤੁਹਾਡੇ ਕੋਲ ਕਿਹੜੇ ਕਿਹੜੇ ਆ ਉਹਦੀ ਕੋਈ ਲਿਸਟ ਹੈ? ਜਿਵੇਂ ਬਹੁਤ ਸਾਰੇ ਇਹ ਹੈ ਕਿ ਹਾਂਜੀ ਕਰੌਲਾ ਪਿਆ, ਇੱਕ ਦਿਨ ਤੁਸੀਂ ਕਿਸੇ ਦੀ ਗੋਭੀ ਖਰੀਦ ਲਈ, ਮੁੜ ਕੇ ਉਹਨੇ ਗੋਭੀ ਖੇਤ 'ਚ ਵਾਹਤੀ ਅਤੇ ਉਹਨੂੰ ਕਿਹੜਾ ਬੈਨੀਫਿਟ ਹੋਇਆ? ਉਹ ਆਪ ਕਹਿੰਦਾ ਮੈਨੂੰ ਕੋਈ ਬੈਨੀਫਿਟ ਨਹੀਂ ਹੋਇਆ। ਅਤੇ ਉਹ ਜਿਹੜੀ ਖੁੱਲ੍ਹੀ ਮੰਡੀ ਨਾਲ ਕਿੰਨੇ ਬੰਦਿਆਂ ਦਾ ਨੁਕਸਾਨ ਹੋ ਰਿਹਾ ਅਤੇ ਕਿੰਨੇ ਫਾਰਮਰ ਘਾਟੇ 'ਚ ਗਏ ਅਤੇ ਨੁਕਸਾਨੇ ਗਏ, ਉਹ ਵੀ ਅੰਕੜਾ ਹੋਣਾ ਚਾਹੀਦਾ। ਉਹ ਅੰਕੜੇ ਜਿਹੜੇ ਆ ਉਹ ਮੱਧ ਪ੍ਰਦੇਸ਼ ਦੇ ਕਿਸਾਨ ਵੀ ਰੋ ਰਹੇ ਆ, ਉਹ ਮਹਾਰਾਸ਼ਟਰ ਦੇ ਵੀ ਹੈ, ਉਹ ਬਹੁਤ ਸਾਰੇ ਹੋਰ ਆ ਜਿੱਥੇ ਬੜਾ ਘਾਟਾ ਪਿਆ, ਉਹ ਬਿਹਾਰ ਦੇ ਵੀ ਹੈ। ਸੋ ਉਹਨਾਂ ਬਾਰੇ ਵੀ ਗੱਲ ਹੋਣੀ ਚਾਹੀਦੀ ਹੈ ਨਾ। ਇਹ ਵਨ ਸਾਈਡਡ ਹੈ ਅਤੇ ਇਹਦਾ ਕੋਈ ਪੁਖਤਾ ਜਿਹੜਾ ਨਾ ਉਹ ਹੈ ਨਹੀਂ ਗਾ ਇਹ ਅੰਕੜੇ ਦਾ। ਇਹ ਅੰਕੜਾ ਮਤਲਬ ਮੈਂ ਫਿਰ ਉਹੀ ਗੱਲ ਕਹਿਣਾ ਵੀ ਅੰਕੜਿਆਂ ਦੇ ਉੱਤੇ ਨਾ ਸ਼ਾਰਟ ਮੈਮਰੀ ਹੁੰਦੀ ਹੈ ਅਤੇ ਉਹਨੂੰ ਤੁਸੀਂ ਉਸ ਤਰ੍ਹਾਂ ਹੀ ਕਰਕੇ ਨਾ, ਜਿਵੇਂ ਇੱਕ ਸ਼ਬਦਾਂ ਦਾ ਇਸ ਸਰਕਾਰ ਦੇ ਵੇਲੇ ਜ਼ਿਆਦਾ ਜਿਹੜੇ ਹਨ ਉਹ ਸ਼ਬਦਾਂ ਦੇ ਬੇਸ 'ਤੇ ਲੋਕਾਂ ਨੂੰ ਭਰਮਾਉਣ ਦੀ ਬਹੁਤ ਵੱਡੀ ਕੋਸ਼ਿਸ਼ ਹੈ। ਜਿਵੇਂ ਪਹਿਲਾਂ ਕਹਿ ਚੁੱਕਿਆ ਵੀ ਸਭ ਕਾ ਸਾਥ ਸਭ ਕਾ ਵਿਕਾਸ, ਸਾਰਿਆਂ ਦਾ ਵਿਕਾਸ ਇੱਕ ਤਰ੍ਹਾਂ ਨਹੀਂ ਹੋ ਸਕਦਾ। ਤੁਸੀਂ ਦੱਸੋ ਨਾ ਕਿੰਨੀਆਂ ਨੌਕਰੀਆਂ ਪੈਦਾ ਕਰੀਆਂ, ਤੁਸੀਂ ਇਹ ਦੱਸੋ ਵੀ ਬੰਦਿਆਂ ਦੀ ਇਨਕਮ, ਹੁਣ ਜਿਵੇਂ ਇਹਦੀ ਡਬਲ ਇਨਕਮ ਕਰਨ ਦੀ ਗੱਲ ਹੈ ਕਿਸਾਨੀ ਦੀ, ਹੈ ਨਾ। ਇਹਦੇ ਵਿੱਚ ਹੀ ਜੇ ਤੁਸੀਂ ਕਹਿੰਦੇ ਹੋ ਪਹਿਲਾਂ ਇਨਕਮ ਕਿੰਨੀ ਹੈ ਤੁਹਾਨੂੰ ਦੱਸਿਆ ਗਿਆ, ਹੁਣ ਕਿੰਨੀ ਇਨਕਮ ਹੋ ਗਈ? 1 ਸਾਲ ਹੀ ਰਹਿ ਗਿਆ ਨਾ, 22 'ਚ ਜਾ ਕੇ ਦੁੱਗਣੀ ਇਨਕਮ ਕਹਿੰਦੇ ਹੋ, ਇਹੀ ਸਾਲ ਰਹਿ ਗਿਆ 21-22 ਦਾ। ਅਤੇ ਇਸ ਹੁਣ ਕਿੰਨੀ ਇਨਕਮ ਹੋ ਗਈ ਜਿਹੜੀ ਅੱਗੇ ਜਾ ਕੇ ਦੁੱਗਣੀ ਹੋਣੀ, ਉਹਦਾ ਤਾਂ ਜ਼ਿਕਰ ਵੀ ਹੈ ਨਹੀਂ ਗਾ। ਸੋ ਇਸ ਲਈ ਇਹ ਇੱਕ ਭਰਮਾਇਆ ਹੀ ਜਾਣ ਲੱਗਿਆ ਨਾ ਕਿ ਡਬਲ ਇਨਕਮ। ਤੁਸੀਂ ਅੰਕੜਾ ਦੱਸ ਦਿਓ ਕਿੰਨੀ ਇਨਕਮ ਹੋਊਗੀ, ਤੁਹਾਨੂੰ ਪਤਾ ਨਾ ਵੀ ਅਸੀਂ ਡਬਲ ਕਰਨੀ ਹੈ। ਮੈਂ ਕਹਾਂ ਮੇਰੇ ਕੋਲ 100 ਰੁਪਈਆ, ਮੈਂ ਕਿਹਾ ਡਬਲ ਕਰਨਾ 200 ਕਹੂੰਗਾ ਨਾ, ਤੁਸੀਂ ਕਹੋ ਤਾਂ ਸਹੀ ਵੀ ਕਿੰਨੀ ਇਨਕਮ ਕਰਨੀ ਹੈ। ਨਾ ਤਾਂ ਪਹਿਲੀ ਇਨਕਮ ਪਤਾ ਦੱਸ ਦਿਓ, ਨਾ ਅਗਲੀ ਇਨਕਮ ਕਿੰਨੀ ਹੋਣੀ ਹੈ ਉਹ ਦੱਸ ਦਿਓ, ਅਤੇ ਇੱਕ ਭਰਮ ਜਾਲਾ ਕਿ ਡਬਲ ਦੁੱਗਣੀ ਕਰ ਦੇਣੀ ਹੈ। ਹੁਣ ਵੀ ਨਹੀਂ ਦੱਸਿਆ ਵੀ ਕਿਸਾਨ ਦੀ ਔਸਤ ਇਨਕਮ ਹੈ ਕਿੰਨੀ ਹੈ, ਤੁਸੀਂ ਉਹ ਦੱਸੋ, ਉਹਦੇ ਤੋਂ ਅੱਗੇ ਚੱਲੀਏ। ਸੋ ਫਿਰ ਕੁੱਲ ਮਿਲਾ ਕੇ ਟਵਾਣਾ ਸਾਹਿਬ ਕਿ ਵੀ ਜੋ ਇਹ ਡਿਜੀਟਲ ਬਜਟ ਸੀ, ਡਿਜੀਟਲ ਇਸ ਕਰਕੇ ਕਿਉਂਕਿ ਵਿੱਤ ਮੰਤਰੀ ਨੇ ਪਹਿਲੀ ਵਾਰ ਹੋਇਆ, ਅੱਗੇ ਤਾਂ ਨਹੀਂ ਉਹ ਪੇਪਰ ਦੇ ਨਾਲ ਬਜਟ ਪੜ੍ਹਿਆ ਜਾਂਦਾ, ਫਿਜ਼ੀਕਲ ਬਾਡੀ ਦੇ ਬਜਟ ਪੜ੍ਹਿਆ ਜਾਂਦਾ, ਇਸ ਵਾਰ ਉਹਨਾਂ ਨੇ ਪੈਡ 'ਤੇ ਬਜਟ ਪੜ੍ਹਿਆ। ਕੁੱਲ ਮਿਲਾ ਕੇ ਇੱਕ ਭੁਲੇਖਾ ਹੀ ਸਿਰਜਿਆ ਗਿਆ। ਬਾਕੀ ਆਮ ਮੱਧ ਵਰਗ ਦੇ ਪੱਲੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਨਿਰਾਸ਼ਾ ਹੀ ਪਈ ਹੈ ਜੀ। ਨਹੀਂ ਮਤਲਬ ਜਿਹੜਾ ਕੁਛ ਸਿਹਤ ਦੇ ਬਾਰੇ 'ਚ ਥੋੜ੍ਹਾ ਪੋਜ਼ੀਟਿਵ ਹੋ ਸਕਦਾ ਉਹ ਵੀ ਆਉਣ ਵਾਲੇ 'ਚ। ਬਾਕੀ ਥਾਵਾਂ 'ਤੇ ਪ੍ਰੋ ਕਾਰਪੋਰੇਟ ਅਤੇ ਕਾਰਪੋਰੇਟ ਨੂੰ ਜਿਹੜੀਆਂ ਕੰਪਨੀਆਂ ਸੰਭਾਉਣ ਦਾ, ਬੈਂਕਾਂ ਸੰਭਾਉਣ ਦਾ, ਰੋਡ ਸੰਭਾਉਣ ਦਾ, ਪੋਰਟ ਸੰਭਾਉਣ ਦਾ, ਇਹ ਸਾਰਾ ਏਜੰਡਾ ਇਸ ਬਜਟ ਦੇ ਵਿੱਚ ਹੈ ਜਿਹੜਾ ਸਪਸ਼ਟ ਤੌਰ 'ਤੇ ਦਿਖਦਾ। ਸੋ ਟਵਾਣਾ ਸਾਹਿਬ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਨਾਲ ਜੁੜੇ ਅਤੇ ਸਾਡੇ ਦਰਸ਼ਕਾਂ ਨੂੰ ਬੜੀ ਅਹਿਮ ਪੁਖਤਾ ਜਾਣਕਾਰੀ ਦਿੱਤੀ ਅਤੇ ਅਹਿਮ ਅੰਕੜੇ ਸਾਡੇ ਨਾਲ ਸਾਂਝੇ ਕੀਤੇ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਥੈਂਕ ਯੂ ਜੀ, ਧੰਨਵਾਦ। ਦੋਸਤੋ ਇਹ ਸਨ ਸਾਡੇ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰੋਫੈਸਰ ਬਲਵਿੰਦਰ ਸਿੰਘ ਟਵਾਣਾ, ਆਰਥਿਕ ਨੀਤੀਆਂ ਦੇ ਮਾਹਿਰ ਨੇ, ਅਤੇ ਤੁਹਾਡੇ ਨਾਲ ਬੜੇ ਅੰਕੜੇ ਸਾਂਝੇ ਕੀਤੇ, ਪੁਖਤਾ ਜਾਣਕਾਰੀ ਸਾਂਝੀ ਕੀਤੀ। ਤੁਹਾਨੂੰ ਦੱਸਿਆ ਕਿ ਜੋ ਭੁਲੇਖਾ ਸਿਰਜਿਆ ਜਾ ਰਿਹਾ ਬਜਟ ਦਾ, ਇਹਦੇ ਵਿੱਚ ਨਾ ਆਮ ਮੱਧ ਵਰਗ ਲਈ ਨਾ ਕਿਸਾਨੀ ਲਈ ਕੋਈ ਥਾਂ ਨਹੀਂ ਹੈ। ਬੇਸ਼ੱਕ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਇਹ ਕਹਿਣਾ ਕਿ ਖੇਤੀ ਸਾਡੇ ਦਿਲ ਦੇ ਵਿੱਚ ਹੈ, ਖੇਤੀ ਬਜਟ ਦੇ ਵੀ ਦਿਲ ਦੇ ਵਿੱਚ ਹੈ, ਪਿੰਡ ਸਾਡੇ ਦਿਲ ਦੇ ਵਿੱਚ ਨੇ ਅਤੇ ਪਿੰਡਾਂ ਲਈ ਅਸੀਂ ਕੰਮ ਕਰਾਂਗੇ, ਵਿਕਾਸ ਕਰਾਂਗੇ, ਇਹੋ ਜਿਹੀਆਂ ਕੋਈ ਗੱਲਾਂ ਨਹੀਂ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਸ ਬਜਟ ਨੇ ਆਮ ਮੱਧ ਵਰਗ ਦੇ ਹੱਥ ਨਿਰਾਸ਼ਾ ਪਾਈ ਹੈ। ਬੇਸ਼ੱਕ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਹ ਬਜਟ ਪੈਡ 'ਤੇ ਪੜ੍ਹਿਆ, ਕਾਗਜ਼ 'ਤੇ ਨਹੀਂ ਪੜ੍ਹਿਆ। ਮਾਰਕੀਟ ਦਾ, ਡਿਜੀਟਲ ਇੰਡੀਆ ਦਾ ਨਰਿੰਦਰ ਮੋਦੀ ਵੱਲੋਂ ਹੋਕਾ ਦਿੱਤਾ ਜਾਂਦਾ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੀ ਉਸ ਦਾ ਹਿੱਸਾ ਬਣਦੇ ਹੋਏ ਨਜ਼ਰ ਆਏ, ਅਤੇ ਕੁੱਲ ਮਿਲਾ ਕੇ ਇਹਦੇ ਵਿੱਚੋਂ ਕੱਢਣ ਪਾਉਣ ਨੂੰ ਕੋਈ ਖਾਸ ਨਹੀਂ ਹੈ। ਅਤੇ ਜੋ ਭੁਲੇਖਾ ਪਾਇਆ ਗਿਆ ਬਜਟ ਦਾ, ਭਰਮ ਸਿਰਜਿਆ ਗਿਆ, ਇਹ ਕੋਈ ਅਹਿਮ ਸਥਾਨ ਨਹੀਂ ਰੱਖਦਾ। ਆਮ ਮੱਧ ਵਰਗ ਦੀ ਜ਼ਿੰਦਗੀ ਜਿਵੇਂ ਚੱਲਦੀ ਹੈ ਉਵੇਂ ਚੱਲਦੀ ਰਹਿਣੀ ਹੈ। ਕਰੋਨਾ ਦਾ ਸਮਾਂ ਲੰਘ ਕੇ ਗਿਆ, ਕਰੋਨਾ ਦੇ ਵਿੱਚ ਖੇਤੀਬਾੜੀ ਹੀ ਇੱਕ ਅਜਿਹਾ ਖੇਤਰ ਸੀ ਜਿਹਨੇ ਇੱਕ ਪੋਜ਼ੀਟਿਵ ਪੱਖ ਰੱਖਿਆ, GDP ਦੇ ਵਿੱਚ ਆਪਣਾ ਬਣਦਾ ਹਿੱਸਾ ਪਾਇਆ। ਪਰ ਖੇਤੀਬਾੜੀ 'ਚ ਕਿਹਾ ਜਾ ਰਿਹਾ ਸੀ ਕਿ ਅੰਦੋਲਨ ਨੂੰ ਚੱਲਦੇ ਹੋਏ ਖੇਤੀਬਾੜੀ ਲਈ ਕੁਝ ਖਾਸ ਸਥਾਨ ਹੋਊਗਾ ਇਸ ਬਜਟ ਦੇ ਵਿੱਚ, ਕੋਈ ਅਹਿਮ ਕੋਈ ਗੱਲ ਰੱਖੀ ਜਾਊਗੀ, ਪਰ ਖੇਤੀਬਾੜੀ ਨੂੰ ਇਗਨੋਰ ਕੀਤਾ ਗਿਆ। ਬੇਸ਼ੱਕ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਕਹਿਣਾ ਕਿ ਸਾਰੇ ਖਦਸ਼ੇ ਦੂਰ ਕਰ ਦਿੱਤੇ ਨੇ ਕਿਸਾਨਾਂ ਦੇ, ਹਾਲਾਂਕਿ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਕਿਹੜੇ ਖਦਸ਼ੇ ਦੂਰ ਕਰ ਦਿੱਤੇ ਗਏ ਨੇ। ਕਾਨੂੰਨਾਂ ਲੈ ਕੇ ਸਰਕਾਰ ਕਹਿ ਰਹੀ ਹੈ ਕਿ ਇਹ ਪੋਜ਼ੀਟਿਵ ਕਾਨੂੰਨ ਨੇ, ਕਿਸਾਨ ਪੱਖੀ ਕਾਨੂੰਨ ਨੇ।
ਅਸੀਂ ਆਮਦਨ ਦੁੱਗਣੀ ਕਰ ਦੇਵਾਂਗੇ। ਜਿਵੇਂ ਪ੍ਰੋਫੈਸਰ ਸਾਹਿਬ ਨੇ ਦੱਸਿਆ ਕਿ ਕਿੰਨੀ ਕਰ ਦਿਓਗੇ, ਪਿਛਲੇ ਵਾਰ ਕਿੰਨੀ ਆਮਦਨ ਸੀ ਤੇ ਦੁੱਗਣੀ ਕਰਕੇ ਕਿੰਨੀ ਕਰ ਦਿਓਗੇ, ਇਹ ਸਰਕਾਰ ਕੋਈ ਪ੍ਰਤੱਖ ਗੱਲ ਨਹੀਂ ਕਰਦੀ। ਤੇ ਲਗਾਤਾਰ ਜੋ ਜਾਣਕਾਰੀ ਨਵੀਂ ਸਰਕਾਰ ਦੀਆਂ ਨੀਤੀਆਂ ਤਹਿਤ ਸਾਡੇ ਕੋਲ ਜਾਣਕਾਰੀ ਹੋਊਗੀ, ਸਰਕਾਰ ਦੀਆਂ ਨਵੀਆਂ ਪਾਲਿਸੀਆਂ ਤਹਿਤ ਹੋਊਗੀ, ਉਹ ਲਗਾਤਾਰ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਪੰਜਾਬੀ ਡਾਕ ਤੇ।